ਰੇਡੀਓ ਲੋਹਗੜ੍ਹ ਸੁਣ ਰਹੇ ਸਾਰੇ ਸਰੋਤਿਆਂ ਨੂੰ ਸਾਡੇ ਵੱਲੋਂ ਗੁਰੂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰ ਹਫ਼ਤੇ ਦੀ ਤਰ੍ਹਾਂ ਅਸੀਂ ਆਪ ਜੀ ਦੇ ਨਾਲ ਪ੍ਰੋਗਰਾਮ ਸਮੀਖਿਆ ਲੈ ਕੇ ਹਾਜ਼ਰ ਹਾਂ। ਮੈਂ ਗੁਰਿੰਦਰ ਸਿੰਘ ਅਤੇ ਮੇਰੇ ਨਾਲ ਵੀਰ ਵਰਪਾਲ ਸਿੰਘ। ਜਿਵੇਂ ਕਿ ਆਪ ਜੀ ਜਾਣਦੇ ਹੋ, ਹਰ ਹਫ਼ਤੇ ਆਪ ਜੀ ਦੇ ਨਾਲ ਜਿਹੜੀ ਸਾਂਝ ਉਹ ਪਾਉਂਦੇ ਹਾਂ। ਅਤੇ ਜਿਹੜਾ ਵਿਸ਼ਾ ਅਸੀਂ ਸ਼ੁਰੂ ਕੀਤਾ ਸੀ ਉਹ ਸੀਗਾ ਕਿ 47 ਤੋਂ ਬਾਅਦ ਸਿੱਖਾਂ ਦੀਆਂ ਜਿਹੜੀਆਂ ਮੰਗਾਂ ਸੀ ਉਹ ਕਿਹੋ ਜਿਹੀਆਂ ਸਨ, ਅਤੇ ਉਹਨਾਂ ਨੇ ਜਿਹੜਾ ਫਿਰ ਜਾ ਕੇ ਡਰਾਫਟ ਹੋਇਆ ਸੀ 1978 ਦੇ ਵਿੱਚ 73 ਦੇ ਵਿੱਚ 1973 ਦੇ ਵਿੱਚ ਅਨੰਦਪੁਰ ਸਾਹਿਬ ਦਾ ਮਤਾ, ਉਹ ਅਸੀਂ ਆਪ ਜੀ ਦੇ ਨਾਲ ਲੜੀਵਾਰ ਵਿਚਾਰਨਾ ਜਿਹੜਾ ਸ਼ੁਰੂ ਕੀਤਾ। ਤਾਂ ਉਸ ਮਤੇ ਵਿੱਚ ਆਪਣੇ ਆਪ ਦੇ ਵਿੱਚ ਵੀ ਕਈ ਖਾਮੀਆਂ ਨੇ ਜਾਂ ਕਈ ਲੱਗਦੀਆਂ ਨੇ ਇਸ ਤਰੀਕੇ ਦੀਆਂ, ਅਤੇ ਉਸ ਤਰ੍ਹਾਂ ਦੇ ਬੰਦੇ ਵੀ ਨੇ ਜਿਹੜੇ ਸਰਕਾਰ ਨਾਲ ਵੀ ਮਿਲ ਕੇ ਚੱਲਦੇ ਸੀ ਅਤੇ ਇੱਧਰੋਂ ਸਿੱਖਾਂ ਦੇ ਵੀ ਨੁਮਾਇੰਦੇ ਸੀ। ਅਤੇ ਉਹ ਸਾਰਾ ਕੁਛ ਜਿਹੜਾ ਆਪਾਂ ਤੁਹਾਡੇ ਨਾਲ ਵਿਚਾਰਦੇ ਹਾਂ, ਤਾਂ ਇਹਦੇ ਨਾਲ ਦੋ ਤਿੰਨ ਪੱਖਾਂ ਤੋਂ ਜਿਹੜੀ ਚਰਚਾ ਉਹ ਹੋ ਜਾਂਦੀ ਹੈ। ਇੱਕ ਤਾਂ ਇਹ ਹੈ ਕਿ ਉਹਨਾਂ ਨੇ ਵੀ ਜਿਹੜੀਆਂ ਵਿੱਚ ਗਲਤੀਆਂ ਕੀਤੀਆਂ ਉਹ ਸਾਨੂੰ ਪਤਾ ਲੱਗ ਜਾਂਦਾ। ਇੱਕ ਜਿਹੜਾ ਵੀ ਸਰਕਾਰ ਦੀ ਜਿਹੜੀ ਦਮਨਕਾਰੀ ਨੀਤੀ ਸੀ ਸਾਡੇ ਪ੍ਰਤੀ, ਉਹ ਸ਼ਰੇਆਮ ਜਿਹੜੀ ਆ ਉਹ ਪਤਾ ਲੱਗ ਜਾਂਦੀ ਹੈ ਕਿ ਸਾਡੀਆਂ ਕਿਹੋ ਜਿਹੀਆਂ ਨਿਗੂਣੀਆਂ ਜਿਹੀਆਂ ਮੰਗਾਂ ਸਨ, ਅਤੇ ਉਹਦੇ ਪਿੱਛੇ ਉਹਨਾਂ ਨੇ ਸਾਨੂੰ ਉਹ ਵੀ ਸਾਡੀਆਂ ਜਾਣੀ ਇੱਕ ਹੱਕ ਨਹੀਂ ਸੀ ਸਾਨੂੰ ਕਹਿਣ ਦਾ, ਅਤੇ ਉਹਨਾਂ ਨੂੰ ਆਧਾਰ ਬਣਾ ਕੇ ਉਹਨਾਂ ਨੇ ਸਾਨੂੰ ਵੱਖਵਾਦੀ ਅਤੇ ਸਾਨੂੰ ਅੱਤਵਾਦੀ ਕਹਿ ਕੇ ਸਾਨੂੰ ਕੁੱਟਣਾ ਜਿਹੜਾ ਸ਼ੁਰੂ ਕੀਤਾ ਸੀ। ਅਤੇ ਉਹਦੇ ਨਾਲ ਜਿਹੜਾ ਸਰਕਾਰੀ ਬੇਈਮਾਨੀ ਹੈ, ਜਿਹੜਾ ਸਰਕਾਰੀ ਜ਼ਬਰ ਦਾ ਉਹ ਹੈ, ਉਹ ਵੀ ਆਪਣੇ ਆਪ ਦੇ ਵਿੱਚ ਜਿਹੜਾ ਉਹ ਆਪਣੇ ਆਪ ਦੇ ਵਿੱਚ ਸਾਡੇ ਸਾਹਮਣੇ ਆ ਜਾਂਦਾ ਖੁੱਲ੍ਹ ਕੇ। ਸੋ ਇਹਦੀ ਜਿਹੜੀ ਆਪਾਂ ਲੜੀਵਾਰ ਚਰਚਾ ਉਹ ਕਰ ਰਹੇ ਸੀ, ਤਾਂ ਉਹਦੇ ਉਹਦੇ ਜਿਹੜੇ ਰਾਜਨੀਤਿਕ ਸੀਗੇ ਨਿਸ਼ਾਨੇ ਸੀਗੇ, ਉਹਨਾਂ ਦੀ ਆਪਾਂ ਜਿਹੜੀ ਗੱਲਬਾਤ ਦਾ ਜਿਹੜਾ ਪਹਿਲਾ ਅਧਿਆਇ ਆ ਉਹ ਆਪਾਂ ਨੇ ਪੜ੍ਹਿਆ, ਅਤੇ ਹੁਣ ਜਿਹੜਾ ਦੂਜਾ ਅਧਿਆਇ ਆ ਉਹਦੀ ਜਿਹੜੀ ਚਰਚਾ ਅੱਜ ਦੇ ਆਪਾਂ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਕਰਾਂਗੇ। ਹਾਂਜੀ, ਦੂਜਾ ਪੁਆਇੰਟ ਜਿਹੜਾ ਵੀ ਉਹਦੇ ਵਿੱਚ ਉਹ ਇਹ ਕਹਿੰਦੇ ਵੀ ਸ਼੍ਰੋਮਣੀ ਅਕਾਲੀ ਦਲ ਇਹ ਵੀ ਯਤਨ ਕਰੇਗਾ ਕਿ ਹਿੰਦੁਸਤਾਨ ਦਾ ਵਿਧਾਨ ਸਹੀ ਅਰਥਾਂ ਵਿੱਚ ਫੈਡਰਲ ਬਣਾਇਆ ਜਾਵੇ ਜੀ, ਅਤੇ ਇਸ ਦੀਆਂ ਸਾਰੀਆਂ ਰਿਆਸਤਾਂ ਦਾ ਕੇਂਦਰ ਵਿੱਚ ਬਰਾਬਰ ਦਾ ਅਧਿਕਾਰ ਅਤੇ ਨੁਮਾਇੰਦਗੀ ਹੋਵੇ। ਹੁਣ ਜਦੋਂ ਆਪਾਂ ਇਹ ਵਿਚਾਰਦੇ ਹਾਂ ਤਾਂ ਟੀਚਾ ਬਹੁਤ ਵਧੀਆ ਆ, ਹਾਂਜੀ, ਪਰ ਮਸਲਾ ਇਹਨਾਂ ਨੇ ਉਹ ਬਣਾ ਦਿੱਤਾ ਵੀ ਜੋ ਸ਼ੁਰੂ ਦੇ ਵਿੱਚ ਕਰ ਆਏ ਨਾ, ਵੀ ਜਿਹੜੇ ਦੂਸਰੇ ਸੀਗੇ ਧਾਰਮਿਕ ਟੀਚੇ ਅਕਾਲੀ ਦਲ ਦੇ, ਹੁਣ ਉਹ ਜਿਹੜਾ ਆ ਮਸਲਾ ਪਈ ਇਹਨਾਂ ਨੂੰ ਇੱਕ ਤਰ੍ਹਾਂ ਨਾਲ ਕਹਿ ਲਓ ਵੀ ਇਹ ਧਿਆਨ ਰੱਖਣਾ ਚਾਹੀਦਾ ਸੀਗਾ ਵੀ ਜਿਹੜਾ ਗੈਰ ਸਿੱਖ ਆ ਉਹ ਕਿਵੇਂ ਦੇਖੂਗਾ ਇਹਨੂੰ, ਜਾਂ ਗੈਰ ਸਿੱਖ ਵੀ ਛੱਡ ਦਿਓ ਕਿ ਜਿਹੜਾ ਦੁਸ਼ਮਣ ਆ ਉਹਨੂੰ ਤੇ ਨਹੀਂ ਮੌਕਾ ਦੇ ਰਹੇ ਅਸੀਂ ਵੀ ਸਾਡੇ ਉੱਤੇ ਹਮਲਾ ਕਰੇ। ਸੋ ਉਹ ਚੀਜ਼ ਦਾ ਜੇ ਧਿਆਨ ਰੱਖ ਲੈਂਦੇ ਤੇ ਉਹਦੇ ਵਿੱਚ ਇਹ ਹੋ ਜਾਣਾ ਸੀ ਵੀ ਗੱਲ ਇਸ ਪੁਆਇੰਟ ਤੋਂ ਸ਼ੁਰੂ ਹੁੰਦੀ ਵੀ ਸ਼੍ਰੋਮਣੀ ਅਕਾਲੀ ਦਲ ਯਤਨ ਕਰੇਗਾ ਕਿ ਹਿੰਦੁਸਤਾਨ ਦਾ ਵਿਧਾਨ ਸਹੀ ਅਰਥਾਂ ਵਿੱਚ ਫੈਡਰਲ ਬਣਾਇਆ ਜਾਵੇ। ਜੇ ਇਹ ਟੀਚਾ ਮਿਥ ਲਿਆ ਹੁੰਦਾ ਵੀ ਜੀ ਸ਼੍ਰੋਮਣੀ ਅਕਾਲੀ ਦਲ ਫੈਡਰਲ ਢਾਂਚੇ ਦਾ ਹਮਾਇਤੀ ਆ ਤੇ ਚਾਹੁੰਦਾ ਆ ਵੀ ਜਿਹੜੇ ਰਾਜਾਂ ਦੇ ਹੱਕ ਆ ਉਹ ਪੂਰੇ ਹੋਣੇ ਚਾਹੀਦੇ ਆ, ਤੇ ਜਿਹੜੀ ਦੂਸਰੀ ਸੈਂਟਰ ਆ ਉਹਦੇ ਕੋਲੇ ਸਿਰਫ 4 ਜਿਹੜੇ ਆ ਭਈ ਉਹ ਹੋਣੀਆਂ ਚਾਹੀਦੀਆਂ। ਹਾਂਜੀ, ਇਹ ਤੋਂ ਪਹਿਲਾਂ ਆਪਾਂ ਜਿਹੜੀ ਡਿਸਕਸ਼ਨ ਇਹਨੂੰ ਕਰੀਏ ਤਾਂ ਹੁਣ ਇੱਥੇ ਮੈਨੂੰ ਮੇਰੇ ਜਿਹੜੀ ਦਿਮਾਗ 'ਚ ਗੱਲ ਆਉਂਦੀ ਹੈ ਕਿ ਹੁਣ ਉੱਥੇ ਚਾਹੀਦਾ ਇਹ ਸੀ ਇਹਨਾਂ ਨੂੰ ਵੀ ਧਾਰਮਿਕ ਸਾਡੇ ਜਿਹੜੇ ਮਸਲੇ ਸੀ ਉਹਨਾਂ ਨੂੰ ਸ਼੍ਰੋਮਣੀ ਕਮੇਟੀ ਦੇ ਸਪੁਰਦ ਕਰਕੇ ਇੱਕ ਸਟਰੋਂਗ ਲੀਡਰਸ਼ਿਪ ਦੇ ਹਵਾਲੇ ਉਹ ਕਰ ਦਿੰਦੇ ਅਤੇ ਆਪਣੇ ਆਪ ਨੂੰ ਰਾਜਨੀਤੀ ਤੱਕ ਮਹਿਫੂਜ਼ ਕਰਦੇ। ਅਤੇ ਜਿਸ ਤਰੀਕੇ ਦੇ ਨਾਲ ਉਸ ਸਮੇਂ ਦੀ ਕਾਂਗਰਸ ਨੇ ਕੀਤਾ ਸੀ, ਕਾਂਗਰਸ ਨੇ ਮੈਨੂੰ ਨਹੀਂ ਲੱਗਦਾ ਕਦੇ ਉਹਨਾਂ ਨੇ ਕਿਹਾ ਵੀ ਅਸੀਂ ਹਿੰਦੂਆਂ ਦੀ ਨੁਮਾਇੰਦਾ, ਠੀਕ ਹੈ, ਬਚ ਕੇ ਇਸ ਵਿੱਚ ਹੁਣ ਤਾਂ ਕਿਸੇ ਨੂੰ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ ਜੋ ਕਾਂਗਰਸ ਨੇ ਘੱਟ ਗਿਣਤੀਆਂ ਦਾ ਕੀਤਾ ਤੇ ਆਪਣੇ ਆਪ ਨੂੰ ਸੈਕੂਲਰ ਵੀ ਕਹਾਇਆ, ਆਪਣੇ ਆਪ ਨੂੰ ਸੈਕੂਲਰ ਕਹਾਉਂਦੇ ਰਹੇ ਤੇ ਕੰਮ ਹਿੰਦੂਆਂ ਲਈ ਕਰਦੇ ਰਹੇ, ਸਾਰਾ ਹਿੰਦੂ ਬਹੁਗਿਣਤੀ ਲਈ ਕਰਦੇ ਰਹੇ। ਹੁਣ ਇਹਨਾਂ ਨੂੰ ਇੱਥੇ ਇਸ ਚੀਜ਼ ਨੂੰ ਜੇ ਸਿਆਣੇ ਹੁੰਦੇ ਕਰਦੇ ਉਸੇ ਤਰੀਕੇ ਨਾਲ ਕਿ ਅਕਾਲੀ ਦਲ ਨੂੰ ਇੱਕ ਰਾਜਨੀਤਿਕ ਉਹਦੇ ਤੱਕ ਮਹਿਦੂਦ ਰੱਖਦੇ, ਭਾਵੇਂ ਕੰਮ ਕਰੀ ਜਾਂਦੇ ਆਪਣੇ ਉਹਦੇ 'ਚ ਕੋਈ ਪ੍ਰੋਬਲਮ ਨਹੀਂ ਸੀ। ਤੇ ਜਿਹੜੇ ਜਾਣੀ ਸ਼ਰੇਆਮ ਤੁਸੀਂ ਮਸਲੇ ਸਿੱਖਾਂ ਦੇ ਉਠਾਉਣੇ ਸੀ ਜਾਂ ਸਿੱਖਾਂ ਦੀ ਨੁਮਾਇੰਦਗੀ ਕਰਨੀ ਸੀ, ਉਹਨੂੰ ਜਾਣੀ ਤੁਸੀਂ ਵਿਸ਼ਵ ਵਿਆਪੀ ਬਣਾ ਕੇ ਉਹ ਸ਼੍ਰੋਮਣੀ ਕਮੇਟੀ ਦੇ ਨੂੰ ਇੰਨਾ ਕੁ ਸਟਰੋਂਗ ਕਰਦੇ ਜਿਹਦੇ ਨੁਮਾਇੰਦੇ ਪੂਰੇ ਵਿਸ਼ਵ ਦੇ ਵਿੱਚ ਹੁੰਦੇ, ਉਹਨੂੰ ਇੰਨੇ ਕੁ ਸਟਰੋਂਗ ਬਣਾ ਦਿੰਦੇ ਵੱਖਰੀ ਤੌਰ 'ਤੇ ਸੰਸਥਾ, ਤੇ ਉਸ ਤਰੀਕੇ ਦੇ ਨਾਲ ਉਹ ਜ਼ਿਆਦਾ ਕਾਮਯਾਬੀ ਜਿਹੜੀ ਹਾਸਲ ਕਰੀ ਜਾ ਸਕਦੀ। ਹਾਂਜੀ, ਮੈਂ ਇੰਨਾ ਕੁ ਐਡ ਕਰਨਾ ਸੀ। ਹਾਂਜੀ, ਉਹਦੇ ਵਿੱਚ ਇਹ ਤਰੀਕਾ ਵੀ ਇਹੀ ਸੀਗਾ ਵੀ ਜੇ ਹੁਣ ਜਿੱਦਾਂ ਅਨੰਦਪੁਰ ਸਾਹਿਬ ਵਾਲਾ ਰੈਜ਼ੋਲੂਸ਼ਨ ਆ, ਹਾਂਜੀ, ਇਹਦਾ ਨਾਂ ਅਨੰਦਪੁਰ ਸਾਹਿਬ ਦਾ ਮਤਾ ਹੈ ਜੀ। ਹੁਣ ਮਤੇ ਜਿਹੜੇ ਆ ਵੀ ਇੱਕ ਦੀ ਬਜਾਏ ਕਈ ਕਰ ਲੈਂਦੇ ਜੀ, ਭਈ ਹਰੇਕ ਜਿਹੜਾ ਟੀਚਾ ਸੀ ਵੀ ਇੱਕ ਮਤਾ ਹੋ ਜਾਂਦਾ ਵੀ ਧਾਰਮਿਕ ਜਿਹੜੇ ਟੀਚੇ ਨੇ ਉਹਦੇ ਵਿੱਚ ਅਕਾਲੀਆਂ ਦੀ ਬਜਾਏ ਸਿੱਖਾਂ ਦਾ ਕਹਿੰਦੇ ਵੀ ਸਿੱਖਾਂ ਦੇ ਧਾਰਮਿਕ ਟੀਚੇ ਭਈ ਉਹ ਸਿੱਖਾਂ ਦੇ ਧਾਰਮਿਕ ਟੀਚੇ ਜਿਹੜੇ ਆ ਵੀ ਸਿਰਫ ਅਕਾਲੀਆਂ ਨੇ ਥੋੜੀ ਕਰਨੀ ਸੀ, ਸਾਰੀ ਕੌਮ ਕਰਦੀ, ਫਿਰ ਸਾਰੀ ਕੌਮ ਕਰਦੀ, ਸਾਰੀਆਂ ਪਾਰਟੀਆਂ ਨੂੰ ਕਹਿੰਦੇ, ਸਾਰੀਆਂ ਪਾਰਟੀਆਂ ਦੇ ਵਿੱਚ ਜਿਹੜਾ ਵੀ ਸਿੱਖ ਸੀਗਾ ਉਹਨੂੰ ਕਹਿੰਦੇ ਵੀ ਭਾਈ ਹਾਂ ਦੱਸੋ ਵੀ ਜੇ ਤੁਸੀਂ ਇਹਦੇ ਨਾਲ ਐਗਰੀ ਕਰਦੇ ਆ ਤੇ ਆ ਸਾਈਂ ਇਹਦੇ ਸਿਗਨੇਟਰੀ ਬਣੋ ਜੀ, ਉੱਥੇ ਬਕਾਇਦਾ ਉਹਨਾਂ ਦੇ ਸਾਈਨ ਕਰਵਾਉਂਦੇ ਸਾਰਿਆਂ ਦੇ ਜੀ ਜੀ। ਔਰ ਇਹ ਕੰਮ ਜਿਹੜਾ ਆ ਵੀ ਜਦੋਂ ਅੱਜ ਤੁਸੀਂ ਵੇਖਦੇ ਆ ਨਾ ਉਧਰ ਅਮਰੀਕਾ ਦੇ ਵਿੱਚ ਇਹਨੂੰ ਲੌਬਿੰਗ ਕਹਿੰਦੇ ਆ ਜੀ, ਭਈ ਸਰਕਾਰਾਂ ਜਿਹੜੀਆਂ ਨਾ ਮੁਲਕ ਜਿਹੜੇ ਆ ਜੀ
ਉਹ ਉੱਥੇ ਦੇ ਜਿਹੜੇ ਲੌਬਿਸਟ ਆ ਉਹਨਾਂ ਨੂੰ hundreds of millions of dollars ਸਾਲ ਦੇ ਪੇ ਕਰਦੇ ਆ। ਇਸ ਕਰਕੇ ਵੀ ਜਿਹੜੇ ਉਸ ਮੁਲਕ ਦੇ ਹੱਕ ਦੇ ਮੁੱਦੇ ਨੇ ਜੀ, ਉਹ ਕਾਂਗਰਸ ਦੇ ਵਿੱਚ ਜਿਹੜੇ ਦੂਸਰੇ ਉਹਨਾਂ ਦੇ ਨੁਮਾਇੰਦੇ ਚੁਣੇ ਹੋਏ ਭਈ ਉਹਨਾਂ ਦੇ ਰਾਹੀਂ ਉਹ ਕਾਂਗਰਸ ਦੇ ਵਿੱਚ ਸੈਨੇਟ ਦੇ ਵਿੱਚ ਬੁਲਵਾਉਣੇ ਜੀ, ਉਸ ਚੀਜ਼ ਦੇ ਉਹ ਪੈਸਾ ਇੰਨਾ ਲਾਉਂਦੇ ਆ। ਹੁਣ ਇੱਥੇ ਜਿਹੜਾ ਸੀਗਾ ਵੀ ਜੇ ਅਸੀਂ ਇਸੇ ਹਿਸਾਬ ਨਾਲ ਹੀ ਕੀਤਾ ਹੁੰਦਾ ਵੀ ਕਿਸੇ ਵੀ ਪਾਰਟੀ ਦੇ ਵਿੱਚ ਕੋਈ ਵੀ ਸਿੱਖ ਬੈਠਾ ਹੈ ਵੀ ਭਾਈ ਭਈ ਸਿੱਖਾਂ ਦੇ ਆਹ ਟੀਚੇ ਨੇ, ਕੌਮ ਦਾ ਭਲਾ ਇਹਨਾਂ ਦੇ ਵਿੱਚ ਆ ਵੀ ਜੇ ਤੁਸੀਂ ਐਗਰੀ ਕਰਦੇ ਆ ਤੇ ਇੱਥੇ ਸਿਗਨੇਟਰੀ ਬਣੋ। ਹੁਣ ਜਿਹੜੇ ਨਾ ਕਰਦੇ ਸੈਨ ਉਹ ਕਮ ਸੇ ਕਮ ਇੱਕ ਪਾਸੇ ਤੇ ਖੜੇ ਹੁੰਦੇ, ਕੌਮ ਨੂੰ ਪਤਾ ਤੇ ਲੱਗਦਾ ਭਈ ਇਹ ਬੰਦੇ ਜਿਹੜੇ ਆ ਵੀ ਕੌਮੀ ਜਿਹੜੇ ਟੀਚੇ ਨੇ ਭਈ ਉਹਨਾਂ ਨੂੰ ਅਖੇ ਵੀ ਸਪੋਰਟ ਕਰਨੇ ਨੂੰ ਤਿਆਰ ਨੇ। ਉਹਦੇ ਵਿੱਚ ਜਿਹੜੇ ਕੈਰੋਂ ਵਰਗੇ ਕਾਂਗਰਸ ਦੇ ਹਮੈਤੀ ਬੰਦੇ ਤੇ ਜਾਂ ਬਹੁਤ ਸਾਰੇ ਜਿਹੜੇ ਆਪਣੇ ਆਪ ਨੂੰ ਸਿੱਖ ਵੀ ਕਹਾਉਂਦੇ ਸੀ ਤੇ ਉਹ ਕਾਂਗਰਸ ਦੇ ਨਾਲ ਵੀ ਚੱਲਦੇ ਸੀ, ਜਾਂ ਤਾਂ ਉਹ ਕਾਂਗਰਸ ਦੇ ਨਾਲ ਤੇ ਨਖੇੜਾ ਕਰਦੇ ਜਾਂ ਫਿਰ ਉਹ ਸਿੱਖਾਂ ਨਾਲ ਖੜ ਕੇ ਸਿੱਖਾਂ ਦੀ ਹਮਾਇਤ ਕਰਦੇ ਤੇ ਵਿਚੇ ਰਹਿੰਦੇ। ਉਹ ਸਾਡੇ ਜ਼ਿਆਦਾ ਪੱਖ 'ਚ ਸੀ ਗੱਲ। ਜੇ ਨਹੀਂ ਸੀਗਾ ਤਾਂ ਫਿਰ ਆਪਾਂ ਨੂੰ ਪਤਾ ਲੱਗ ਜਾਣਾ ਸੀ ਕਿ ਇਹ ਸਿਰਫ ਨਿੱਜਵਾਦੀ ਨਿੱਜਪ੍ਰਸਤੀ ਲੋਕ ਸਿਰਫ ਮਤਲਬ ਕਿ ਝਾੜੂ ਬਰਦਾਰ ਆ ਕਾਂਗਰਸ ਪਾਰਟੀ ਦੇ ਤੇ ਇਹ ਚਾਹੁੰਦੇ ਨਹੀਂ ਸਿੱਖੀ ਦਾ ਭਲਾ। ਔਰ ਫਿਰ ਉਹਦੇ ਨਾਲ ਦੂਜਾ ਫਾਇਦਾ ਇਹ ਹੋ ਜਾਣਾ ਸੀਗਾ ਵੀ ਉਹ ਕੌਮ ਦੇ ਟੀਚੇ ਰਹਿਣੇ ਸੀਗੇ ਜੀ, ਉਹ ਸਿਆਸਤ ਦੇ ਨਹੀਂ ਭੇਟ ਸਿਆਸਤ ਦੀ ਭੇਟ ਨਹੀਂ ਸੀ ਚੜ੍ਹਨੇ। ਭਈ ਜਦੋਂ ਤੁਸੀਂ ਕਹਿਤਾ ਵੀ ਇਹ ਅਕਾਲੀਆਂ ਦੇ ਟੀਚੇ ਨੇ, ਤੁਸੀਂ ਖੁੱਲੀ ਛੁੱਟੀ ਦੇ ਦਿੱਤੀ ਵੀ ਜਿਹੜੇ ਕਾਂਗਰਸ ਵਿੱਚ ਨੇ, ਜਿਹੜੇ ਜਨਤਾ ਪਾਰਟੀ ਨੇ, ਜਿਹੜੇ ਹੋਰ ਪਾਰਟੀਆਂ ਵਿੱਚ ਨੇ, ਉਹ ਕਹਿਣ ਵੀ ਇਹ ਤੁਹਾਡੇ ਟੀਚੇ ਆ। ਹਾਂ, ਅਕਾਲੀ ਦਲ ਦੇ ਆ, ਅਸੀਂ ਇਹਨਾਂ ਦੀ ਸਾਡੇ ਥੋੜੀ ਆ, ਅਸੀਂ ਤੇ ਕਾਂਗਰਸ ਦੇ ਵਿੱਚ ਬੈਠੇ ਆ, ਅਸੀਂ ਤੇ ਉੱਥੇ ਫਲਾਨੀ ਜਗ੍ਹਾ ਤੇ ਬੈਠੇ ਆ। ਸੋ ਉਹ ਜਿਹੜਾ ਸਾਰਾ ਕੁਝ ਆ ਉਹ ਨਖੇੜਾ ਕਰਨਾ ਬਹੁਤ ਜ਼ਰੂਰੀ ਸੀਗਾ ਭਈ ਜਿਹਦੇ ਵਿੱਚ ਅਸੀਂ ਆਪ ਕਹਿ ਲਓ ਵੀ ਇਸ ਹਿਸਾਬ ਦੇ ਨਾਲ ਸਾਰਾ ਜਿਹੜਾ ਵੀ ਸ਼ਬਦਾਂ 'ਚ ਪਰੋਇਆ, ਜਿਹੜਾ ਸਾਡੇ ਹੀ ਗਲੇ ਦਾ ਜਿਹੜਾ ਆ ਵੀ ਉਹ ਫੰਦਾ ਬਣ ਕੇ ਰਹਿ ਗਿਆ, ਜਿਹੜਾ ਫਿਰ ਬਾਅਦ ਦੇ ਵਿੱਚ ਆ ਕੇ ਛੱਡ ਦਿੱਤਾ। ਤੇ ਜੇ ਹੁਣ ਦੇ ਸਰੂਪ 'ਚ ਦੇਖੀਏ ਫਿਰ ਮਤਲਬ ਵੀ ਹੁਣ ਉਹ ਜਿਹੜੇ ਸਾਰੇ ਟੀਚੇ ਹੀ ਕੌਮ ਦੇ ਉਹ ਉਦਾਂ ਹੀ ਖੁਰਦ-ਖੁਰਦ ਹੋਏ ਪਏ ਆ ਵੀ ਹੁਣ ਜੇ ਪੁੱਛੋ ਵੀ ਕੌਮ ਦਾ ਟੀਚਾ ਕੀ ਆ, ਕਿਸੇ ਨੂੰ ਨਹੀਂ ਪਤਾ, ਕਿਸੇ ਨੂੰ ਕੁਝ ਨਹੀਂ ਪਤਾ। ਸੋ ਸਾਰਾ ਕੁਝ ਜਿਹੜਾ ਉਹ ਖਤਮ ਹੋ ਗਿਆ। ਹੁਣ ਕੌਮ ਦਾ ਟੀਚਾ ਵਾ ਸੁਖਬੀਰ ਬਾਦਲ ਨੂੰ ਮੁੱਖ ਮੰਤਰੀ ਬਣਾਉਣਾ, ਅਕਾਲੀ ਦਲ ਦਾ, ਕੌਮ ਦਾ ਨਹੀਂ ਅਕਾਲੀ ਦਲ ਦਾ, ਅਕਾਲੀ ਦਲ ਬਾਦਲ ਦਾ, ਹੁਣ ਇਹ ਟੀਚਾ ਰਹਿ ਗਿਆ। ਤੇ ਹੁਣ ਜੇ ਤੁਸੀਂ ਇਹ ਦੇਖੋ ਵੀ ਇਹਦੇ ਉਲਟ ਭਈ ਜਿਹੜਾ ਕਹਿ ਲਓ ਭਈ ਰਾਜਸੀ ਟੀਚਾ ਸੀਗਾ ਇਹਨਾਂ ਦਾ, ਅਕਾਲੀਆਂ ਦਾ, ਹਾਂਜੀ, ਜੇ ਉਹਦੇ ਵਿੱਚ ਸ਼ੁਰੂਆਤ ਇੱਥੋਂ ਹੋਈ ਹੁੰਦੀ ਵੀ ਜਿਹੜਾ ਅਕਾਲੀ ਦਲ ਆ ਉਹ ਅੱਜ ਤੋਂ ਬਾਅਦ ਵੀ ਜਿਹੜਾ ਫੈਡਰਲ ਢਾਂਚਾ ਹੈ ਜੀ ਉਹਨੂੰ ਤਾਕਤਵਰ ਬਣਾਉਣੇ ਲਈ ਵੀ ਹਰੇਕ ਕੰਮ ਉਹ ਸਟੈਪ ਲਊਗਾ ਤੇ ਉਹ ਹਰੇਕ ਸਟੈਪ ਦਾ ਵਿਰੋਧ ਕਰੂਗਾ ਜਿਹੜਾ ਇਸ ਫੈਡਰਲ ਢਾਂਚੇ ਨੂੰ ਕਮਜ਼ੋਰ ਕਰਦਾ ਹੋਵੇ। ਅੱਛਾ, ਹਾਂਜੀ, ਇਹਦੇ ਵਿੱਚ ਇੱਕ ਸ਼ਬਦ ਉਰੇ ਸਟੇਟਾਂ ਦੀ ਜਗ੍ਹਾ ਰਿਆਸਤਾਂ ਆਇਆ, ਉਦੋਂ ਤੱਕ ਰਿਆਸਤਾਂ ਮੌਜੂਦ ਸੀਗੀਆਂ 73 ਤੱਕ। ਉਹ ਵੀ ਹੁਣ ਸੋਚਣੇ ਵਾਲੀ ਗੱਲ ਆ ਵੀ ਇਹ ਵੈਸੇ ਵੀ ਹੁਣ ਲਿਖਿਆ ਹੋਇਆ ਇਹਨਾਂ ਨੇ ਵੀ ਇਸ ਦੀਆਂ ਸਾਰੀਆਂ ਰਿਆਸਤਾਂ ਹਾਂਜੀ ਦਾ ਕੇਂਦਰ ਵਿੱਚ ਬਰਾਬਰ ਦਾ ਅਧਿਕਾਰ ਤੇ ਨੁਮਾਇੰਦਗੀ ਹੋਵੇ ਜੀ। ਹੁਣ ਉੱਥੋਂ ਇਹ ਪਤਾ ਲੱਗਦਾ ਆ ਵੀ ਜਿਹੜੇ ਬੰਦੇ ਇਹ ਬਣਾ ਰਹੇ ਨੇ ਜਾਂ ਸ਼ਬਦਾਂ 'ਚ ਪਰੋ ਰਹੇ ਨੇ ਜੀ, ਉਹ ਅਜੇ ਵੀ ਉਹ ਰਿਆਸਤਾਂ ਵਾਂਗ ਹੀ ਟਰੀਟ ਕਰਦਾ ਆ ਹਰੇਕ ਚੀਜ਼ ਨੂੰ, ਕਿਉਂਕਿ ਜਦੋਂ ਤੁਸੀਂ ਦੇਖਦੇ ਆ ਨਾ ਰਿਆਸਤਾਂ ਨੂੰ ਜੀ, ਹਰੇਕ ਰਿਆਸਤ ਜਿਹੜੀਆਂ ਮਤਲਬ ਆਪਾਂ ਇਹ ਤੇ ਬਹੁਤਿਆਂ ਨੇ ਸੁਣਿਆ ਹੋਣਾ ਆ ਵੀ ਕਿਉਂਕਿ ਸਕੂਲਾਂ 'ਚ ਪੜ੍ਹਾਇਆ ਜਾਂਦਾ ਵੀ ਜੀ ਅਖੇ 600 ਤੋਂ ਉੱਪਰ ਰਿਆਸਤਾਂ ਸੀਗੀਆਂ ਭਈ ਜਿਹੜਾ ਨੂੰ ਅਖੇ ਜੀ ਪਟੇਲ ਨੇ, ਜਿਹੜਾ ਵੱਲਭ ਭਾਈ ਪਟੇਲ ਸੀਗਾ ਵੀ ਉਹਨੇ ਅਖੇ ਜੀ ਵੀ ਇੱਕ ਕਰ ਦਿੱਤਾ ਪੂਰਾ ਜਿਹੜਾ ਮੁਲਕ ਉਹ ਸਥਾਪਿਤ ਕਰਨੇ ਲਈ ਵੀ ਉਹਨਾਂ ਦੇ ਸਾਈਨ ਕਰਵਾਏ ਤੇ ਉਹਨਾਂ ਸਾਰਿਆਂ ਦਾ ਜਿਹੜਾ ਯਾਨੀ ਅੰਗਰੇਜ਼ਾਂ ਨੂੰ ਬਾਈਪਾਸ ਕਰਕੇ ਉਹ ਕ੍ਰੈਡਿਟ ਉਹਨੂੰ ਦਿੰਦੇ ਆ। ਇਹ ਨਹੀਂ ਕਹਿੰਦੇ ਵੀ ਅੰਗਰੇਜ਼ਾਂ ਨੇ ਇੱਕ ਰਾਜ ਦੇ ਅਧੀਨ ਲਿਆਂਦਾ ਤਾਂ ਸਾਰਾ ਹਿੰਦੁਸਤਾਨ ਜਿਹੜਾ ਬਾਅਦ 'ਚ ਇਹਨਾਂ ਨੂੰ ਛੱਡ ਗਿਆ। ਉਹਨੇ ਇਹ ਕੀਤਾ ਵੀ 47 ਦੇ ਵਿੱਚ ਜਦੋਂ ਅੰਗਰੇਜ਼ ਚਲ ਗਏ ਜੀ ਰਿਆਸਤਾਂ ਕਾਇਮ ਸੀਗੀਆਂ, ਹਾਂ 600 ਤੋਂ ਵੱਧ ਰਿਆਸਤਾਂ ਸੀਗੀਆਂ। ਓਕੇ, ਹੁਣ ਜਿਹੜੀ ਚੀਜ਼ ਕਿਉਂਕਿ ਭੁਲੇਖਾ ਜਿੱਥੇ ਲੱਗਦਾ ਨਾ, ਜਿਹੜੀ ਗੱਲ ਤੁਸੀਂ ਕਰਦੇ ਪਏ ਆ ਉਹ ਭੁਲੇਖਾ ਤਾਂ ਕਰਕੇ ਲੱਗਦਾ ਭਈ ਹਰੇਕ ਰਿਆਸਤ ਜਿਹੜੀ ਸਾਨੂੰ ਪਤਾ ਨਹੀਂ ਚੀਜ਼, ਹਰੇਕ ਰਿਆਸਤ ਦਾ ਆਪਣਾ ਸਰਕਾਰੀ ਝੰਡਾ ਸੀਗਾ, ਆਪਣਾ ਸਰਕਾਰੀ ਐਂਥਮ ਸੀਗਾ, ਆਪਣਾ ਸੰਵਿਧਾਨ ਸੀਗਾ, ਔਰ ਉਹ ਸਾਰਾ ਕੁਝ ਜਿਹੜਾ ਆ ਵੀ ਅੰਗਰੇਜ਼ ਨਹੀਂ ਉਹ 'ਚ ਇੰਟਰਫੇਅਰ ਕਰ ਸਕਦੇ। ਅੱਛਾ ਜੀ, ਜਿਹੜੇ ਇਲਾਕੇ ਜਿੱਦਾਂ ਹੁਣ ਪੰਜਾਬ ਦਾ ਜਿਹੜਾ ਹੈ ਨਾ, ਇੱਧਰ ਕਪੂਰਥਲੇ ਦੀ ਰਿਆਸਤ ਆ, ਹੁਣ ਬਹੁਤੇ ਜਿਹੜੇ ਉਧਰ ਦੁਆਬੇ ਦੇ ਵਿੱਚ ਜਾਂਦੇ ਆ ਉਹਨਾਂ ਨੂੰ ਪਤਾ ਆ ਵੀ ਕਪੂਰਥਲਾ ਸ਼ਹਿਰ ਆ ਇੱਕ ਤੇ ਡਿਸਟ੍ਰਿਕਟ ਜਿਹੜਾ ਬਹੁਤਾ ਆ, ਉਹ ਤੋਂ ਬਾਅਦ ਜਲੰਧਰ ਆ ਜਾਂਦਾ ਆ, ਉਹ ਤੋਂ ਬਾਅਦ ਫਗਵਾੜਾ ਆਉਂਦਾ। ਫਗਵਾੜਾ ਜਿਹੜਾ ਆ ਉਹ ਕਪੂਰਥਲੇ ਰਿਆਸਤ ਦਾ ਹਿੱਸਾ ਹੁੰਦਾ ਹੈ, ਤਾਂ ਕਰਕੇ ਉਹ ਅੱਜ ਵੀ ਡਿਸਟ੍ਰਿਕਟ ਦਾ ਹਿੱਸਾ ਆ, ਜਦ ਕਿ ਆਪਸ ਦੇ ਵਿੱਚ ਕੋਈ ਕਨੈਕਸ਼ਨ ਨਹੀਂਗਾ ਉਹਨਾਂ ਦਾ। ਸੋ ਫਗਵਾੜਾ ਤੇ ਕਪੂਰਥਲਾ ਜਿਹੜੇ ਉਹ ਰਿਆਸਤ ਸੀਗੀ, ਜਲੰਧਰ ਜਿਹੜਾ ਆ ਉਹ ਡਾਇਰੈਕਟ ਅੰਗਰੇਜ਼ਾਂ ਦੇ ਥੱਲੇ ਸੀ, ਉੱਥੇ ਅੰਗਰੇਜ਼ਾਂ ਦਾ ਕਾਨੂੰਨ ਲੱਗਦਾ ਸੀ ਜਲੰਧਰ ਵਿੱਚ, ਤੇ ਜਿਹੜੀ ਕਪੂਰਥਲਾ ਰਿਆਸਤ ਆ ਤੇ ਫਗਵਾੜਾ ਆ ਉੱਥੇ ਸੰਵਿਧਾਨ ਬਿਲਕੁਲ ਡਿਫਰੈਂਟ ਲੱਗਦਾ। ਫਿਰ ਤਾਂ ਜੇ ਆਪਾਂ ਇਸ ਹਿਸਾਬ ਨਾਲ ਦੇਖੀਏ ਫਿਰ ਤਾਂ ਜਿਹੜੀ ਆਜ਼ਾਦੀ ਕਹਿੰਦੇ ਫਿਰ ਤਾਂ ਮੈਂ ਕਹਿੰਦਾ ਉਸ ਸਮੇਂ ਆਜ਼ਾਦੀ ਅੰਗਰੇਜ਼ਾਂ ਦੇ ਰਾਜ ਦੇ ਅਧੀਨ ਆਜ਼ਾਦੀ ਜ਼ਿਆਦੇ ਸੀ, ਤਾਂ ਹੀ ਆਜ਼ਾਦੀ ਨਾਲ ਤਾਂ ਹੀ ਸਾਨੂੰ ਪੜਾਇਆ ਨਹੀਂ ਜਾਂਦਾ ਉਹ। ਹਾਂ, ਇਹ ਹੀ ਨਹੀਂ ਜਿਹੜੇ ਸਟਾਂਪ ਪੇਪਰ ਲੱਗਦੇ ਸੀ ਨਾ, ਹਾਂਜੀ, ਉਹ ਬਕਾਇਦਾ ਕਪੂਰਥਲੇ ਰਿਆਸਤ ਦਾ ਜਿਹੜਾ ਸਟਾਂਪ ਪੇਪਰ ਆ ਉਹ ਬਿਲਕੁਲ ਅੱਡ ਹੁੰਦਾ ਸੀ, ਔਰ ਉਹਦੇ ਉੱਤੇ ਵੀ ਮੇਰੇ ਕੋਲੇ ਪਏ ਨੇ,
ਉਹਦੇ ਉੱਤੇ ਬਕਾਇਦਾ ਰਾਜੇ ਦੀ ਫੋਟੋ ਲੱਗੀ ਹੁੰਦੀ ਸੀ ਔਰ ਐਨ ਪੂਰਾ ਮਤਲਬ ਜਲਵਾ ਹੁੰਦਾ ਸੀ। ਫਿਰ ਤਾਂ ਸਮਝ ਲਓ ਵੀ ਅੰਗਰੇਜ਼ਾਂ ਦੇ ਅਧੀਨ ਇੱਕ ਫੈਡਰਲ ਸਿਸਟਮ ਲਾਗੂ ਸੀ। ਹਾਂ ਲਾਗੂ ਸੀਗਾ ਔਰ ਉਹਨੂੰ ਸਮਾ ਕੇ ਕਮਜ਼ੋਰ ਕਰਕੇ ਤੇ ਜਿਹੜਾ ਬਸਤੀਵਾਦ ਅੰਗਰੇਜ਼ਾਂ ਦੇ ਵੇਲੇ ਅਸੀਂ ਕਹਿੰਦੇ ਆ ਵੀ ਅਸੀਂ 47 ਚ ਖਤਮ ਕਰ ਦਿੱਤਾ, ਉਹ ਅਸਲ ਦੇ ਵਿੱਚ ਉਹਨਾਂ ਇਲਾਕਿਆਂ ਦੇ ਉੱਤੇ ਵੀ ਲਾਤਾ ਵੀ ਜਿਹੜੇ ਅੰਗਰੇਜ਼ਾਂ ਵੇਲੇ ਵੀ ਬਸਤੀਵਾਦ ਦੇ ਥੱਲੇ ਐਕਚੁਅਲੀ ਹੈ ਨਹੀਂ ਸੀਗੇ। ਠੀਕ, ਤਾਂ ਕਰਕੇ ਇਹ ਚੀਜ਼ਾਂ ਸਾਨੂੰ ਪੜ੍ਹਾਈਆਂ ਹੀ ਨਹੀਂ ਜਾਂਦੀਆਂ। ਇਹ ਚੀਜ਼ਾਂ ਕਿਸੇ ਨੂੰ ਪੜ੍ਹਾਈਆਂ ਹੀ ਨਹੀਂ, ਜਦੋਂ ਪੜ੍ਹਾਈਆਂ ਨਹੀਂ ਤਾਂ ਕਿਸੇ ਨੂੰ ਪਤਾ ਕਿੱਥੋਂ ਲੱਗਣੀ। ਜਦੋਂ ਪੜ੍ਹਾਈਆਂ ਜਾਣਗੀਆਂ ਪਹਿਲੀ ਗੱਲ ਦਿਮਾਗ ਦੇ ਵਿੱਚ ਇਹ ਆਉਣੀ ਆ ਵੀ ਹੱਦ ਹੋ ਗਈ ਵੀ 47 ਤੋਂ ਬਾਅਦ ਤੇ ਸਾਡੀ ਜਿਹੜੀ ਆਜ਼ਾਦੀ ਪਈ ਉਹ ਤੇ ਖਤਮ ਸਮਾਂ ਕੇ ਘਟ ਗਈ ਪਹਿਲਾਂ ਨਾਲੋਂ। ਵਧੀ ਕਿੱਥੇ ਆ ਸੋ ਉਹ ਸਾਰਾ ਜਿਹੜਾ ਹੈਗਾ ਆ ਵੀ ਤਾਂ ਕਰਕੇ ਸਮਝਣੇ ਦੀ ਲੋੜ ਆ ਭਈ ਰਿਆਸਤ ਜਿਹੜੀ। ਔਰ ਇਸੇ ਕਰਕੇ ਮੈਨੂੰ ਇਹ ਹੈਰਾਨੀ ਹੁੰਦੀ ਆ ਭਈ ਜਿਹੜੇ ਇਹ ਸੀਗੇ ਰਾਜੇ ਪਟਿਆਲੇ ਵਰਗੇ, ਯਾਦਵਿੰਦਰ ਵਰਗੇ, ਭਈ ਇਹਨਾਂ ਨੇ ਕੀ ਸੋਚ ਕੇ ਭਈ ਸੈਨ ਸੂਨ ਕਰ ਦਿੱਤੇ ਸਾਰੇ। ਭਈ ਠੀਕ ਹੈ ਜੀ ਵੀ ਅਸੀਂ ਸਾਰੇ ਜਿਹੜੇ ਆਪਣੇ ਹੱਕ ਆ ਜੋ ਕੁਝ ਵੀ ਹੈਗਾ ਉਹ ਸਾਰਾ ਦਿੰਨੇ ਆ। ਜਿਹੜੀਆਂ ਆਰਮੀਆਂ ਆ ਉਹ ਸਾਰੀਆਂ ਆ ਕੇ ਵੀ ਉਹ ਖਤਮ ਕਰ ਦਿੱਤੀਆਂ, ਉਹਦੇ ਵਿੱਚ ਮਿਲਾਤੀਆਂ ਹੋਰ ਸਾਰਾ ਕੁਝ ਜਿੰਨਾ ਕੁਝ ਵੀ ਸੀਗਾ। ਪਤਾ ਨਹੀਂ ਇਹਨਾਂ ਨੇ ਕੀ ਸੋਚਿਆ ਜਾਂ ਸੋਚਿਆ ਵੀ ਕਿ ਨਹੀਂ ਸੋਚਿਆ ਕਿ ਮੱਤ ਤੇ ਪਰਦਾ ਹੀ ਪੈ ਗਿਆ ਜਾਂ ਇਹਨਾਂ ਨੂੰ ਕੁਝ ਹੋਰ ਆਫਰ ਹੋਇਆ ਸੀ ਤੇ ਜਿਹੜਾ ਬਾਅਦ ਵਿੱਚੋਂ ਇਹ ਸ਼ਰਮਿੰਦੇ ਹੋਈ ਨਾ ਦੱਸ ਸਕੇ ਪਹਿਲਾਂ ਵੀ ਅਸੀਂ ਤਾਂ ਬੇਵਕੂਫ ਬਣ ਗਏ ਆ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਸਾਡੇ ਵਿਚਾਰਨੇ ਵਾਲੀਆਂ, ਸਾਡੀ ਘੋਖ ਦਾ ਹੋਣੀਆਂ ਚਾਹੀਦੀਆਂ ਮੁੱਦਾ ਜੀ। ਤੇ ਉਹ ਸਾਰਾ ਕੁਝ ਜਿਹੜਾ ਆ ਹੁਣ ਇੱਥੇ ਜਦੋਂ ਉਹ ਕਹਿੰਦੇ ਪਏ ਨਾ ਵੀ ਰਿਆਸਤਾਂ ਦਾ ਕੇਂਦਰ ਵਿੱਚ ਬਰਾਬਰ ਦਾ ਅਧਿਕਾਰ ਤੇ ਨੁਮਾਇੰਦਗੀ ਹੋਵੇ, ਔਰ ਉਹ ਅਸਲ ਦੇ ਵਿੱਚ ਉਹੋ ਹੀ ਆ ਵੀ ਅਜੇ ਵੀ ਆਸ ਇਹੀ ਲਾਈ ਬੈਠੇ ਆ ਵੀ ਜਦ ਕਿ ਉਹਨਾਂ ਨੇ ਸੋਚਿਆ ਨਹੀਂ ਵੀ ਉਹਦੇ ਸਾਰਾ ਕੁਝ ਹੀ ਬਦਲ ਦਿੱਤਾ ਉਹਨਾਂ ਨੇ। ਉਹ ਤੇ ਮਤਲਬ ਕਹਿ ਲਓ ਵੀ ਕਹਾਣੀ ਬਦਲ ਚੁੱਕੀ ਆ, ਹੁਣ ਤੇ ਤੁਸੀਂ ਕੁਝ ਵੀ ਨਹੀਂ ਕਰ ਸਕਦੇ। ਹੁਣ ਤੇ ਉਹ ਜੇ ਉਸ ਵੇਲੇ ਵੀ ਕਹਾਣੀ ਸਮਝਦੇ ਹੁੰਦੇ ਤੇ ਇਹਨਾਂ ਦੀਆਂ ਸਿੱਧੀਆਂ ਗੱਲਾਂ ਜਿਹੜੀਆਂ ਦੱਖਣ ਦੀਆਂ ਪਾਰਟੀਆਂ ਸੀਗੀਆਂ ਵੀ ਇੱਕ ਤੇ ਸਿੱਧਾ ਉਹਨਾਂ ਦੇ ਨਾਲ ਸਾਂਝਾ ਕਰ ਲੈਂਦੇ ਵੀ ਠੀਕ ਆ ਤੁਸੀਂ ਹਿੰਦੀ ਨੂੰ ਅਪੋਜ਼ ਕਰਦੇ ਆ, ਅਸੀਂ ਹਿੰਦੀ ਨੂੰ ਅਪੋਜ਼ ਕਰਾਂਗੇ। ਦੂਜਾ ਇਹ ਆ ਵੀ ਤੁਸੀਂ ਮੰਗਦੇ ਆ ਫੈਡਰਲ ਢਾਂਚਾ, ਅਸੀਂ ਵੀ ਫੈਡਰਲ ਢਾਂਚਾ ਮੰਗਦੇ ਆ ਵੀ ਆਓ ਇਕੱਠੇ ਹੋ ਕੇ ਉਹਨਾਂ ਦੇ ਨਾਲ ਅਲਾਈਅੰਸ ਬਣਾ ਕੇ ਇੱਕ ਜਿਹੜੀ ਨਵੀਂ ਉਹ ਆ ਜਦੋਂ ਜਹਿਦ ਉਹ ਵਿੱਢਦੇ ਬਿਲਕੁਲ ਸਿਆਸੀ ਤੌਰ ਤੇ। ਔਰ ਫਿਰ ਜਿਹੜੀਆਂ ਹੌਲੀ ਹੌਲੀ ਕਰਕੇ ਹੋਰ ਥਾਵਾਂ ਦੇ ਉੱਤੇ ਇੱਧਰ ਜਿਹੜੀ ਹਿੰਦੀ ਬੈਲਟ ਆ ਉਹਦੇ ਵਿੱਚ ਜਿਹੜੀਆਂ ਪਾਰਟੀਆਂ ਕਾਇਮ ਹੋਈਆਂ, ਜਿੱਦਾਂ ਦੂਸਰਾ ਕਹਿ ਲਓ ਵੀ ਜਿਹੜੀ ਪਾਰਟੀ ਮੰਗਦੀ ਸੀਗੀ ਵੀ ਕਿਹੜਾ ਆ ਉਹ ਝਾੜਖੰਡ, ਭਈ ਝਾੜਖੰਡ ਦਾ ਇਲਾਕਾ ਜਿਹੜਾ ਆ ਵੀ ਉਹਨੂੰ ਅੱਡ ਇਕਾਈ ਬਣਾਇਆ ਜਾਵੇ, ਉੱਤਰਾਖੰਡ ਵਾਲਾ ਬਣਾਇਆ ਜਾਵੇ। ਉਹ ਸਾਰੀਆਂ ਜਿਹੜੀਆਂ ਪਾਰਟੀਆਂ ਆ ਉਹ ਜਦੋਂ ਲੋਕਲ ਉੱਠਣੀਆਂ ਸੀਗੀਆਂ ਉਹਨਾਂ ਸਾਰੀਆਂ ਨੇ ਹੀ ਫੈਡਰਲ ਢਾਂਚੇ ਦੀ ਹਮਾਇਤ ਕਰਨੀ। ਪਰ ਉਦੋਂ ਤੱਕ ਮਤਲਬ ਵੀ ਇੰਨੀ ਖੇਡ ਵਿਗੜ ਚੁੱਕੀ ਸੀਗੀ ਤੇ ਉਹ ਮੌਕਾ ਹੀ ਨਹੀਂ ਆਉਣ ਦਿੱਤਾ ਉਹਨਾਂ ਨੇ ਅਗਲਿਆਂ ਨੇ। ਉਹਦੇ ਬਾਅਦ ਫਿਰ ਹਰੇਕ ਸਾਲ ਤੱਕ ਤੁਸੀਂ ਸਮਝ ਲਓ ਵੀ ਹਰੇਕ ਸਟੈਪ ਦੇ ਉੱਤੇ ਜਿਹੜੀ ਸਟੇਟ ਇੰਡੀਆ ਸਟੇਟ ਹੈ ਉਹ ਮਜ਼ਬੂਤ ਹੁੰਦੀ ਚਲੇ ਗਈ। ਬਾਕੀ ਸਾਰਾ ਜਿਹੜਾ ਤਾਣਾ ਬਾਣਾ ਉਹਨਾਂ ਨੇ ਉਹ ਤੈਸ਼ ਨੈਸ਼ ਜਿਹੜਾ ਕਰਨ ਦੇ ਰਾਹ ਪਏ ਤੇ ਉਹ ਕਰੀ ਗਏ। ਤੇ ਫਿਰ ਉਹਦੇ ਸਾਰੇ 'ਚ ਫਿਰ ਲੱਗਦਾ ਤਾਂ ਉਹ ਤਾਂ ਸਾਫ਼ ਹੀ ਲੱਗ ਰਿਹਾ ਤਾਂ ਵੀ ਜੇ ਕੋਈ ਕੰਨ ਚੱਕ ਰਿਹਾ ਤਾਂ ਉਹ ਸਿੱਖ ਚੱਕ ਰਹੇ ਆ। ਤੇ ਵੀ ਸਿੱਖਾਂ ਨੂੰ ਸਬਕ ਸਿਖਾਉਣ ਖਾਤਰ ਉਹਨੇ ਸਾਰੀਆਂ ਜਿਹੜੀਆਂ ਨੀਤੀਆਂ ਉਹ ਘੜਨੀਆਂ ਸ਼ੁਰੂ ਕਰ ਦਿੱਤੀਆਂ। ਬਿਲਕੁਲ ਮਤਲਬ ਵੀ ਜਿਹੜਾ 80ਵਿਆਂ 90ਵਿਆਂ 'ਚ ਜੋ ਹੋਇਆ ਆ ਉਹਦਾ ਟੀਚਾ ਜਿਹੜਾ ਮੇਨ ਸੀਗਾ ਉਹ ਸਿੱਖਾਂ ਦਾ ਮੱਕੂ ਠੱਪਣਾ ਸੀ ਭਈ ਤਾਂ ਕਿ ਵੀ ਗਾਂ ਜਿਹੜਾ ਸਟੈਪ ਹੈਗਾ ਜਿੱਥੇ ਹੁਣ ਪ੍ਰੋਪਰ ਜਿਹੜਾ ਹਿੰਦੂ ਆ ਭਈ ਕੱਟੜ ਹਿੰਦੂ ਉਹਨੇ ਆ ਕੇ ਕਬਜ਼ਾ ਕਰਕੇ ਤੇ ਹਿੰਦੂਵਾਦ ਜਿਹੜਾ ਆ ਵੀ ਉਹਨੂੰ ਐਸਟੈਬਲਿਸ਼ ਕਰਨਾ, ਉਹਦੀ ਜਿਹੜੀ ਆ ਮੁਖਾਲਫਤ ਉਹ ਫਿਰ ਸਿੱਖਾਂ ਤੋਂ ਹੋਣੀ ਨਹੀਂ। ਔਰ ਉਹੀ ਜਿਹੜਾ ਆ ਆਪਾਂ ਵੇਖਦੇ ਪਏ ਪਹਿਲੇ 20 ਸਾਲਾਂ 'ਚ ਭਈ ਸਿੱਖ ਜਿਹੜੇ ਆ ਉਹ ਇੰਨੇ ਕਹਿ ਲਓ ਭਈ ਅੰਦਰਮੁਖੀ ਹੋ ਗਏ ਭਈ ਉਹ ਕਹਿੰਦੇ ਵੀ ਠੀਕ ਆ ਵੀ ਖਸਮਾਂ ਨੂੰ ਖਾਓ ਜੋ ਵੀ ਕਰਨਾ ਕਰੋ ਵੀ ਅਸੀਂ ਤਾਂ ਮੁਲਕ ਛੱਡ ਕੇ ਚੱਲੇ ਆ। ਉਹ ਹਾਂਜੀ ਸਭ ਤੋਂ ਵੱਡੀ ਜਿਹੜੀ ਐਗਜ਼ਾਮਪਲ ਸਾਡੇ ਸਾਹਮਣੇ ਉਹ ਅਕਾਲੀ ਦਲ ਦੀ ਹੈ ਕਿ ਉਹ ਅਕਾਲੀ ਦਲ ਜਿਹੜਾ ਇਹ ਟੀਚੇ ਮਿਥ ਰਿਹਾ 73 ਦੇ ਵਿੱਚ, ਅੱਜ ਉਹੀ ਅਕਾਲੀ ਦਲ ਜਿਹੜਾ ਸਭ ਤੋਂ ਵੱਧ ਹਿੰਦੂਤਵ ਜਿਹੜੀ ਪਾਰਟੀ ਜਿਹੜੀ ਕਾਂਗਰਸ ਦਾ ਕੋਈ ਮਾੜਾ ਮੋਟਾ ਲੋਕਲ ਲਕਾਉ ਰੱਖਦੀ ਆ ਸ਼ਬਦਾਂ ਦੇ 'ਚ ਵੀ ਪਿੱਛੇ ਰਹਿ ਕੇ ਭਾਵੇਂ ਕਿ ਕੋਈ ਸ਼ੱਕ ਨਹੀਂ ਕਿ ਉਹਨੇ ਵੀ ਹਿੰਦੂਤਵੀ ਉਹਨਾਂ ਲਈ ਕੰਮ ਕਰਿਆ, ਠੀਕ ਹੈ। ਪਰ ਜਿਹੜੀ ਪਾਰਟੀ ਕਹਿੰਦੀ ਉਹ ਹਿੰਦੂਆਂ ਦੀ ਆ, ਭਾਜਪਾ ਜਿਹੜੀ ਕਹਿੰਦੀ ਉਹ ਵੀ ਅਸੀਂ ਹਿੰਦੂ ਰਾਜ ਬਣਾਉਣਾ ਹੈ, ਤੇ ਅੱਜ ਕੱਲ ਜਿਹੜੀ ਸ਼੍ਰੋਮਣੀ ਅਕਾਲੀ ਦਲ ਸਾਡਾ ਉਹਦੀ ਇੱਕ ਕਿਸਮ ਦਾ ਰਖੇਲ ਬਣਿਆ ਹੋਇਆ, ਉਹਦੇ ਸਾਰੇ ਫੈਸਲੇ ਨੂੰ ਉਹ ਡਿਫੈਂਡ ਕਰਦਾ। ਤਾਂ ਇਹ ਤੁਸੀਂ ਦੇਖ ਲਓ ਵੀ ਇਹ ਸਾਡੇ ਯਾਨੀ ਉਹਨਾਂ ਦੇ ਉਸ ਕਰੇ ਹੋਏ ਹਮਲੇ ਦਾ ਤੇ ਅੱਜ ਦਾ ਜੇ ਤੁਸੀਂ ਦੇਖਦੇ ਆ ਟੱਕਰਾ ਕਰਕੇ ਮਿਲਾ ਕੇ ਉਹਨੂੰ ਕੰਪੇਅਰ ਕਰਕੇ ਤਾਂ ਸਾਡੇ ਸਾਹਮਣੇ ਲੱਗ ਜਾਂਦੀ ਹੈ ਵੀ ਅਸੀਂ ਕਿੱਥੋਂ ਲਿਆ ਕੇ ਕਿਹੜਾ ਅਕਾਲੀ ਦਲ ਤੇ ਕਿੱਥੇ ਖੜਾ ਕਰ ਦਿੱਤਾ। ਵੀ ਮਤਲਬ ਗਾਂਹ ਜਾਣੀ ਦੀ ਬਜਾਏ ਵੀ ਕਿੰਨੇ ਅਸੀਂ ਪਛਾਣ ਨੂੰ ਡਿੱਗ ਪਏ ਆ। ਔਰ ਉਹਦੇ ਵਿੱਚ ਆਪਾਂ ਵੀ ਜੋੜ ਲਈਏ ਵੀ ਜਿਹੜੀ ਆਪਾਂ ਗੱਲ ਕਰਦੇ ਸੀਗੇ ਵੀ ਜਿਹੜੀ ਉਹ ਪੈਬਲ ਕਲਾਂ ਕਾਂਡ ਵਾਲੀ ਜਿਹੜੀ ਸਿੱਟ ਬਣੀ ਹੈਗੀ ਤੇ ਉਹ ਜਿਹੜੀ ਆ ਵੀ ਸਿੱਟ ਦੀ ਰਿਪੋਰਟ ਆ ਗਈ, ਉਹਨਾਂ ਨੇ ਸਾਰਾ ਕੁਝ ਦੱਸ ਦਿੱਤਾ ਤੇ CBI ਜਿਹੜੀ ਆ ਉਹ ਅਜੇ ਵੀ ਬੈਠੀ ਆ ਵੀ ਕਹਿੰਦੀ ਸਾਨੂੰ ਤੇ ਲੱਭਾ ਹੀ ਕੁਝ ਨਹੀਂ, ਐਵੀਡੈਂਸ ਹੀ ਹੈ ਨਹੀਂਗਾ। ਤੇ ਜਦੋਂ ਪੰਜਾਬ ਸਰਕਾਰ ਨੇ ਕਿਹਾ ਆ ਵੀ ਵਾਪਸ ਕਰ ਦਿਓ ਕੇਸ, ਉਹ ਕਹਿੰਦੇ ਵੀ ਅਸੀਂ ਕੇਸ ਨਹੀਂ ਵਾਪਸ ਕਰਨਾ। ਔਰ ਬਲਕਿ CBI ਦੀ ਜਿਹੜੀ ਹੈਗੀ ਆ ਉਹ ਕਹਿੰਦੇ ਪੰਜਾਬ ਸਰਕਾਰ ਦਾ ਰਾਈਟ ਹੀ ਕੋਈ ਨਹੀਂ ਹੈਗਾ ਕੇਸ ਵਾਪਸ ਲੈਣੇ ਦਾ, ਵੀ ਉਸ ਕੇਂਦਰੀ ਏਜੰਸੀ ਨੂੰ ਜਾਨੀ ਓਵਰ ਰੂਲ ਸਟੇਟ ਦੀ ਗਵਰਨਮੈਂਟ ਨਹੀਂ ਕਰ ਸਕਦੀ। ਤੇ ਆਪਾਂ ਛੋਟੇ ਹੋਰ ਆਰਡੀਨੈਂਸਾਂ ਦੀ ਗੱਲ ਕਰਦੇ ਕਿ ਜਿੱਧਰ ਸਾਰੀਆਂ ਜਿਹੜੀਆਂ ਤਾਕਤਾਂ ਸਗੋਂ ਕੰਮ ਤਾਂ ਫੈਡਰਲ ਦੇ ਉਲਟ ਹੋ ਗਿਆ, ਸਾਰੀਆਂ ਜਿਹੜੀਆਂ ਤਾਕਤਾਂ ਦਾ ਕੇਂਦਰੀਕਰਨ ਹੋਰ ਵੀ ਭਿਆਨਕ ਤਰੀਕੇ ਨਾਲ ਹੋ ਚੁੱਕਿਆ। ਉਹ ਤਾਂ ਜਾਨੀ ਸਾਨੂੰ ਪੂਰੇ ਭਿਖਾਰੀ ਬਣਾਉਣ ਦੇ ਉਹਨਾਂ ਦੀ ਮਰਜ਼ੀ ਹੈ, ਜੇ ਕਿਸੇ ਨੂੰ ਦਾਣੇ ਪਾ ਦੇਣ ਤੇ ਨਹੀਂ ਤਾਂ ਸਹੀ, ਜਿਹਨੂੰ ਭੁੱਖਾ ਮਾਰਨਾ ਚਾਹਣ ਮਾਰ ਦੇਣ ਸ਼ਾਮ ਨੂੰ।
ਤੇ ਆ ਹੁਣ ਦੇਖ ਲਓ ਇਹ ਚੀਜ਼ ਨੇ ਤਾਂ ਜਾਨੀ ਜ਼ਾਹਰ ਕਰ ਦਿੱਤਾ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਆ ਕਿ ਇੱਕ ਕੇਂਦਰ ਦੀ ਜਿਹੜੀ ਏਜੰਸੀ ਹੈ ਹੈਨਾ, ਉਹਨੂੰ ਵੀ ਸਟੇਟ ਦੀ ਗਵਰਨਮੈਂਟ ਹੋੜ ਨਹੀਂ ਸਕਦੀ। ਬਿਲਕੁਲ। ਔਰ ਉਹ ਬਲਕਿ ਇਹ ਵੀ ਕਹਿਣਦੇ ਆ ਵੀ ਉਹ ਜਿਹੜਾ CBI ਕੋਰਟ ਆ ਉਹਦੇ ਵਿੱਚ ਉਹ ਕਹਿੰਦੇ ਵੀ ਸਿੱਟ ਨੂੰ ਅਖੇ ਵੀ ਉਹਨਾਂ ਨੇ ਕਰ ਲਿਆ ਆ ਵੀ ਅਖੇ ਸਾਹਮਣੇ ਆ ਕੇ ਪੇਸ਼ ਹੋ ਸਾਡੇ CBI ਨੇ ਵੀ ਜਦੋਂ ਸਾਨੂੰ ਕੋਈ ਐਵੀਡੈਂਸ ਨਹੀਂ ਮਿਲਿਆ ਤੁਹਾਨੂੰ ਕਿੱਥੋਂ ਮਿਲ ਗਿਆ ਆ ਕੇ ਬੋਲੋ। ਸੋ ਮਤਲਬ ਤੇ ਅਸੀਂ ਯਾਨੀ ਇਸ ਸਿਸਟਮ ਤੋਂ ਕਿਸੇ ਯਾਨੀ ਇਨਸਾਫ ਦੀ ਆਸ ਲਾਈ ਬੈਠੇ ਇਨਸਾਫ ਦੀ ਆਸ ਲਾਈ ਬੈਠੇ ਜਾਂ ਅਸੀਂ ਇਹਨੂੰ ਸਿਸਟਮ ਮੰਨਦੇ ਆ, ਅਸੀਂ ਇਹਨੂੰ ਸਿਸਟਮ ਮੰਨਦੇ ਆ, ਇਹ ਸਿਸਟਮ ਜਦ ਕਿ ਹੈ ਹੀ ਨਹੀਂ ਗਾ ਇਹ। ਸੋ ਉਹ ਸਾਰਾ ਕੁਝ ਜਿਹੜਾ ਆ ਵੀ ਇਹ ਇਸ ਕਰਕੇ ਇੱਥੇ ਵਿਚਾਰਨੇ ਦੀ ਲੋੜ ਪੈ ਰਹੀ ਆ ਵੀ ਅਸੀਂ ਇਹ ਸੋਚ ਸਕੀਏ ਭਈ 73 ਤੋਂ ਹੀ ਵੀ ਅਸੀਂ ਕਿੰਨੇ ਪਿਛੜ ਗਏ ਤੇ ਜੇ 47 ਵੇਖੋ ਤੇ 47 ਦੇ ਪਹਿਲਾਂ ਸਾਡੇ ਕੀ ਰਾਈਟ ਸੀਗੇ ਤੇ ਉਹ ਤੋਂ ਬਾਅਦ ਕੀ ਹੋ ਗਏ ਤੇ ਅੱਜ ਦੇਖੋ ਵੀ ਹਾਲ ਜਿਹੜਾ ਆ ਵੀ ਉਹ ਕੀ ਹੋਇਆ ਪਿਆ। ਸੋ ਉਹ ਸਾਰਾ ਜਿਹੜਾ ਵੀ ਸਾਡੇ ਕਹਿ ਲਓ ਵੀ ਘੋਖਣੇ ਦਾ ਔਰ ਪੜਚੋਲਣੇ ਦਾ ਜਿਹੜਾ ਆ ਵੀ ਉਹ ਮੁੱਦਾ ਹੋਣਾ ਚਾਹੀਦਾ। ਹਾਂਜੀ ਬਿਲਕੁਲ। ਜੇ ਅਸੀਂ ਇਹਨੂੰ ਘੋਖਾਂਗੇ ਨਹੀਂ ਤਾਂ ਸਾਡੇ ਸਿਰ ਜਿਹੜੀ ਪੁਨਰ ਜਾਗਰਤੀ ਜਿਹਨੂੰ ਕਹਿ ਦਿੰਦੇ ਆ ਸਾਡੇ ਨਵੇਂ ਯੂਥ ਦੇ ਵਿੱਚ ਨਵੀਂ ਪਨੀਰੀ ਜੋ ਕਿੱਥੋਂ ਉਪਜਣੀ ਆ ਜਦੋਂ ਸਾਨੂੰ ਆਪਣੇ ਅਧਿਕਾਰਾਂ ਦਾ ਸਾਨੂੰ ਆਪਣੇ ਗਵਾਏ ਦਾ ਇਲਮ ਹੀ ਕੋਈ ਨਹੀਂ ਕਿ ਅਸੀਂ ਸਾਡੀ ਪੋਜੀਸ਼ਨ ਕਿਸੇ ਸਮੇਂ ਕਿਆ ਸੀ ਤੇ ਹੁਣ ਕਿਆ ਬਣ ਗਈ ਆ ਤੇ ਅਸੀਂ ਕਿਹੜਾ ਚੀਜ਼ਾਂ ਦੇ ਮਾਲਕ ਸੀ, ਕਿਹੜੀਆਂ ਰਿਆਸਤਾਂ ਕਿੱਥੇ ਅਸੀਂ ਕਿਆ ਕਰਿਆ, ਜਦੋਂ ਉਸ ਚੀਜ਼ ਦਾ ਪਤਾ ਹੀ ਕੋਈ ਨਹੀਂ ਤਾਂ ਫਿਰ ਉਹੀ ਭਾਣਾ ਮੰਨ ਰਹੇ ਜੋ ਆਲੇ ਦੁਆਲੇ ਸਾਡੇ ਨਾਲ ਹੋ ਰਿਹਾ ਤੇ ਇਹੀ ਕੁਝ ਉੱਥੇ ਹੋ ਰਿਹਾ। ਅਗਲੇ ਕਹਿੰਦੇ ਵੀ ਉਰੇ ਕੋਈ ਫਿਊਚਰ ਹੈ ਨਹੀਂਗਾ ਤੇ ਇੱਥੋਂ ਵੇਚ ਕੇ ਅਸੀਂ ਸਾਰੇ ਅਗਲੇ ਕਹਿੰਦੇ ਖਾਲੀ ਕਰਾ ਲਓ ਇਸ ਤਰੀਕੇ ਨਾਲ ਇਹਨਾਂ ਤੇ ਬਾਹਰ ਅਸੀਂ ਜਾ ਕੇ ਤੇ ਉਹ ਅਸੀਂ ਆਪਣੇ ਆਪ ਹੀ ਜਾਣੀ ਉਹਦੇ ਰਾਹ ਪਏ ਹੋਏ ਆ ਨਸਲਕੁਸ਼ੀ ਦੇ। ਹਾਂਜੀ ਬਿਲਕੁਲ ਜੀ। ਉਹ ਫਿਰ ਉਹ ਅੱਗੇ ਲਿਖਦੇ ਆ ਪੁਆਇੰਟ ਜਿਹੜਾ ਨੰਬਰ 3 ਆ ਵੀ ਉਹਦੇ ਵਿੱਚ ਉਹ ਕਹਿੰਦੇ ਵੀ ਸ਼੍ਰੋਮਣੀ ਅਕਾਲੀ ਦਲ ਕਾਂਗਰਸੀ ਸਰਕਾਰ ਦੀ ਅਲੀਕੀ ਹੋਈ ਭਾਰਤ ਦੀ ਮੌਜੂਦਾ ਵਿਦੇਸ਼ੀ ਪਾਲਿਸੀ ਨੂੰ ਸਖਤ ਨਖੇਧ, ਨਿਕੰਮੀ ਅਤੇ ਦੇਸ਼ ਕੌਮ ਤੇ ਇਨਸਾਨੀਅਤ ਲਈ ਹਾਨੀਕਾਰਕ ਸਮਝਦਾ ਹੈ। ਹੁਣ ਜਦੋਂ ਤੁਸੀਂ ਇਹਨੂੰ ਵੇਖਦੇ ਆ ਇਹ ਹੈਗਾ 1973। ਹਾਂਜੀ। ਜਦੋਂ ਕਿ 71-72 ਦੇ ਵਿੱਚ ਪਾਕਿਸਤਾਨ ਦੇ ਨਾਲ ਲੜਾਈ ਜਿਹੜੀ ਆ ਉਹ ਖਤਮ ਹੋਈ ਆ ਤੇ ਬੰਗਲਾਦੇਸ਼ ਬਣਿਆ ਆ ਤੇ ਉਹ ਤੋਂ ਬਾਅਦ ਵੀ ਜਿਹੜੀ ਇੱਕ ਹੈਗੀ ਨਾ ਵੀ ਦੁਸ਼ਮਣੀ ਵਾਲੀ ਤੇ ਨਫ਼ਰਤ ਵਾਲੀ ਜਿਹੜੀ ਨੀਤੀ ਆ ਪਾਕਿਸਤਾਨ ਦੇ ਖਿਲਾਫ ਭਈ ਉਹ ਪੂਰੇ ਐਨ ਜੋਰਾਂ ਦਿੱਤੇ ਆ ਔਰ ਉਹਦਾ ਫਿਰ ਜਦੋਂ ਅੱਗੇ ਪੜ੍ਹਦੇ ਆ ਤਾਂ ਫਿਰ ਸਮਝ ਲੱਗਦੀ ਆ ਵੀ ਉਹ ਅਕਾਲੀ ਦਲ ਕਿਉਂ ਇਹ ਕਹਿ ਰਿਹਾ। ਉਹ ਅੱਗੇ ਕਹਿੰਦੇ ਵੀ ਸ਼੍ਰੋਮਣੀ ਅਕਾਲੀ ਦਲ ਭਾਰਤ ਦੀ ਅਜਿਹੀ ਵਿਦੇਸ਼ੀ ਨੀਤੀ ਦੀ ਹਮਾਇਤ ਕਰੇਗਾ ਜੋ ਅਮਨ ਪਾਬੰਦੀ ਉੱਤੇ ਆਧਾਰਿਤ ਅਤੇ ਅਮਨ ਪਸੰਦੀ ਉੱਤੇ ਆਧਾਰਿਤ ਅਤੇ ਕੌਮੀ ਟੀਚਿਆਂ ਦੇ ਅਨੁਕੂਲ ਹੋਵੇ ਅਤੇ ਖਾਸ ਕਰਕੇ ਭਾਰਤ ਦੇ ਸਾਰੇ ਗੁਆਂਢੀ ਦੇਸ਼ਾਂ ਵੱਲ ਤੇ ਸਿੱਖ ਵਸੋਂ ਵਾਲੇ ਤੇ ਸਿੱਖ ਗੁਰਧਾਮਾਂ ਵਾਲੇ ਦੇਸ਼ਾਂ ਵੱਲ ਪ੍ਰੇਮ ਤੇ ਸਦਭਾਵਨਾ ਵਾਲੀ ਹੋਵੇ। ਹੁਣ ਉੱਥੋਂ ਸਮਝ ਲੱਗਦੀ ਆ ਵੀ ਇਹਨਾਂ ਨੂੰ ਇੰਨਾ ਕਿਤੇ ਦੇਖ ਪਿਆ ਸੀਗਾ ਵੀ ਜੇ ਪਾਕਿਸਤਾਨ ਦੇ ਨਾਲ ਵੀ ਨਫ਼ਰਤ ਵਾਲੀ ਤੇ ਜਿਹੜੀ ਆ ਵੀ ਐਨ ਦੁਸ਼ਮਣੀ ਵਾਲੀ ਜਿਹੜੀ ਨੀਤੀ ਅਪਣਾਉਗੇ ਤੇ ਸਾਡੇ ਤੇ ਗੁਰਦੁਆਰੇ ਉਧਰ ਆ ਤੇ ਸਾਨੂੰ ਨੁਕਸਾਨ ਹੋਣਾ, ਸਾਨੂੰ ਤੇ ਨੁਕਸਾਨ ਹੀ ਨੁਕਸਾਨ ਆ। ਉਧਰੋਂ ਫਿਰ ਵੀ ਮਤਲਬ ਵੀ ਪੰਜਾਬ ਨੇ ਵੀ ਜੇ ਟ੍ਰੇਡ ਕਰਨੀ ਆ ਤੇ ਕਿਹੜੇ ਪਾਸੇ ਨੂੰ ਕਰੂਗਾ, ਜੇ ਹੋਰ ਪਾਸੇ ਨੂੰ ਨਿਕਲਣਾ ਕਿਉਂਕਿ ਉਹਨਾਂ ਜ਼ਮਾਨਿਆਂ ਦੇ ਵਿੱਚ ਜਿਹੜੇ ਬਜ਼ੁਰਗ ਪੁਰਾਣੇ ਮਿਲਦੇ ਆ ਅੱਜ ਕੱਲ੍ਹ ਭਈ ਉਹ ਦੱਸਦੇ ਆ ਭਈ ਪੰਜਾਬ ਦੇ ਵਿੱਚੋਂ ਦਿੱਲੀ ਤੋਂ ਟਰੱਕ ਜਿਹੜੇ ਆ ਉਹ ਚੱਲ ਕੇ ਈਰਾਨ ਤੇ ਯੂਰਪ ਤੱਕ ਜਾਂਦੇ ਹੁੰਦੇ ਸੀ ਵਾਇਆ ਪਾਕਿਸਤਾਨ। ਹੁਣ ਉਹ ਅੱਜ ਤੁਸੀਂ ਮਤਲਬ ਸੋਚ ਵੀ ਨਹੀਂ ਸਕਦੇ ਕਿ ਅੱਛਾ ਕਿਸੇ ਟਾਈਮ ਇਦਾਂ ਵੀ ਹੁੰਦਾ ਸੀ। ਉਹ ਸਾਰਾ ਸਿਸਟਮ ਜਿਹੜਾ ਬੰਦ ਕਰਿਆ ਜਿਹੜੀ ਪੰਜਾਬ ਨੂੰ ਆਰਥਿਕ ਕੰਗਾਲੀ ਵੱਲ ਧੱਕਣ ਖਾਤਰ ਉਹਨਾਂ ਨੂੰ ਇਲਮ ਸੀ ਸਾਡੇ ਉਹਨਾਂ ਨੂੰ ਦਿਖਦਾ ਪਿਆ 73 ਚ ਦਿਖਦਾ ਸੀ ਕਿ ਪੰਜਾਬ ਨੂੰ ਇਹ ਜਿਹੜੀ ਪੰਜਾਬ ਦੀ ਵੈਲਥ ਹੈ ਉਹ ਇਹਨਾਂ ਨੂੰ ਰੜਕ ਰਹੀ ਆ ਤੇ ਇਹਨਾਂ ਨੂੰ ਇਸ ਤਰੀਕੇ ਨਾਲ ਇਹਨਾਂ ਨੇ ਡੈਮੇਜ ਕਰ ਰਹੀਆਂ। ਬਿਲਕੁਲ। ਸੋ ਤਾਂ ਕਰਕੇ ਉਹਨਾਂ ਨੇ ਵੀ ਆ ਜਿਹੜੇ ਆ ਵੀ ਇਹ ਸ਼ਬਦ ਜਿਹੜੇ ਆ ਉਹ ਉਹਨਾਂ ਨੇ ਵਰਤੇ ਆ ਔਰ ਉੱਥੋਂ ਇਹ ਸਮਝ ਲੱਗਦਾ ਆ ਵੀ ਇਹਨਾਂ ਨੂੰ ਦਿਖਦਾ ਪਿਆ ਸੀਗਾ ਪਰ ਇਹ ਇੰਨੇ ਕਹਿ ਲਓ ਵੀ ਲਾਚਾਰ ਮਹਿਸੂਸ ਕਰਨ ਦੇ ਸੀਗੇ ਵੀ ਸਵਾਏ ਲਿਖਣੇ ਤੋਂ ਹੋਰ ਕੁਝ ਨਹੀਂ ਕਰ ਸਕਦੇ, ਹੋਰ ਕੁਝ ਕਰ ਨਹੀਂ ਸਕੇ। ਜਦ ਕਿ ਮਤਲਬ ਵੀ ਜ਼ਰੂਰਤ ਇਸ ਗੱਲ ਦੀ ਸੀਗੀ ਵੀ ਜਿਹੜੀ ਵੀ ਕੋਈ ਪੋਲੀਟੀਕਲ ਪਾਰਟੀ ਆਉਂਦੀ ਖਾਸ ਤੌਰ ਤੇ ਵੀ ਜਦੋਂ ਆਪਾਂ ਇਹ ਵੇਖਦੇ ਆ ਵੀ 77 ਦੇ ਵਿੱਚ ਸਰਕਾਰ ਦੇ ਵਿੱਚ ਭਾਗੀਦਾਰ ਬਣ ਗਏ ਇਹ ਕਰਨੀ ਵੀ ਸੈਂਟਰ ਦੇ ਵਿੱਚ ਤੇ ਜੇ ਉਸ ਵੇਲੇ ਇਹਨਾਂ ਨੇ ਕੋਈ ਨੈਗੋਸ਼ੀਏਸ਼ਨਾਂ ਕੀਤੀਆਂ ਹੁੰਦੀਆਂ ਇਸ ਪਾਲਿਸੀ ਨੂੰ ਗਾਹ ਕਰਨੇ ਦੀ ਉਹ ਕੁਝ ਨਹੀਂ ਹੋਇਆ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਵੀ ਉਹ ਇਹ ਹੀ ਫੇਰ ਦੁਬਾਰਾ ਕਰਦੀਆਂ ਵੀ ਇੱਕ ਤੇ ਇਹ ਵੀ ਇੱਕ ਟੀਚਾ ਮਿੱਥ ਲੈਣਾ ਫੇਰ ਉਹ ਟੀਚੇ ਨੂੰ ਹਾਸਲ ਕਰਨ ਲਈ ਵੀ ਸਟੇਜਾਂ ਜਿਹੜੀਆਂ ਆ ਉਹ ਮਿੱਥਣੀਆਂ ਫੇਰ ਉਹਨਾਂ ਲਈ ਵੀ ਕਾਰਜ ਕਰਨਾ ਵੀ ਹਾਂ ਠੀਕ ਆ ਵੀ ਆਹ ਸਟੇਜ ਆ ਗਈ ਆ ਹੁਣ ਆ ਗਈ ਉਹ ਸਾਰਾ ਕੁਝ ਜਿਹੜਾ ਆ ਉਹ ਟੋਟਲੀ ਮਿਸਿੰਗ ਹੈ ਜੀ ਕਿਉਂਕਿ ਜਿਹੜੇ ਸਵਾਰਥ ਆ ਉਹ ਭਾਰੂ ਹੋ ਗਏ ਤੇ ਉਹਦੇ ਵਿੱਚ ਹੀ ਸਾਰਾ ਕੁਝ ਜਿਹੜਾ ਫਿਰ ਹੌਲੀ ਖੁਰਦ-ਬੁਰਦ ਹੋ ਗਿਆ ਜੀ। ਅੱਗੇ ਲਿਖਦੇ ਨੇ ਜੀ ਵੀ ਚੌਥਾ ਪੁਆਇੰਟ ਜਿਹੜਾ ਆ ਵੀ ਕੇਂਦਰੀ ਤੇ ਸੂਬਾ ਸਰਕਾਰਾਂ ਦੇ ਸਾਰੇ ਸਿੱਖ ਤੇ ਹੋਰ ਮੁਲਾਜ਼ਮਾਂ ਨੂੰ ਹਰ ਇਨਸਾਫ ਦਿਵਾਉਣਾ ਅਤੇ ਉਹਨਾਂ ਵਿੱਚੋਂ ਕਿਸੇ ਨਾਲ ਵੀ ਕੋਈ ਧੱਕਾ ਜਾਂ ਬੇਇਨਸਾਫੀ ਹੋਵੇ
ਉਸ ਵਿਰੁੱਧ ਪੁਰ ਅਸਰ ਆਵਾਜ਼ ਉਠਾਉਣਾ ਅਤੇ ਜੱਦੋਜਹਿਦ ਕਰਨਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰੋਗਰਾਮ ਦਾ ਇੱਕ ਖਾਸ ਅੰਗ ਹੈ। ਹੁਣ ਇਹ ਦੇਖੋ ਬੜੀ ਵਧੀਆ ਗੱਲ ਹੈ ਵੀ ਜਿਹੜਾ ਕਹਿ ਲਓ ਵੀ ਸਿੱਖਾਂ ਦਾ ਜਾਂ ਜੇ ਅਕਾਲੀ ਦਲ ਨੂੰ ਵੀ ਆਪਾਂ ਲੈ ਲਈਏ ਵੀ ਟੀਚਾ ਉਹਨਾਂ ਨੇ ਇਹ ਮਿੱਥਿਆ ਵੀ ਜਿੱਥੇ ਵੀ ਨਿਆਂ ਦੀ ਲੋੜ ਆ ਉੱਥੇ ਆਵਾਜ਼ ਚੱਕਣੀ। ਹੁਣ ਇੱਥੇ ਉਹ ਇਹ ਕਹਿੰਦੇ ਵੀ ਜਿਹੜੇ ਸਰਕਾਰੀ ਮੁਲਾਜ਼ਮ ਆ ਵੀ ਉਹਨਾਂ ਲਈ ਭਾਵੇਂ ਉਹ ਸੂਬਾ ਸਰਕਾਰ ਦੇ ਨੇ ਭਾਵੇਂ ਕੇਂਦਰ ਦੇ ਨੇ ਵੀ ਉਹਨਾਂ ਲਈ ਆਵਾਜ਼ ਜਿਹੜੀ ਉਠਾਉਣੀ। ਹੁਣ ਉਹਦੇ ਲਈ ਕਰਨ ਦੀ ਕੀ ਲੋੜ ਸੀ ਵੀ ਯੂਨੀਅਨਾਂ ਬਣਾਉਂਦੇ। ਜੇ ਤੁਸੀਂ ਦੇਖੋ ਵੀ ਅਕਾਲੀ ਦਲ ਨੇ ਕੋਈ ਯੂਨੀਅਨ ਬਣਾਈ ਹੋਵੇ ਉਹ ਕੋਈ ਨਹੀਂ ਬਣਾਈ, ਉਹ ਕਾਮਰੇਡ ਬਣਾਈ ਬੈਠੇ ਸਾਰੇ, ਉਹ ਕਾਮਰੇਡ ਬਣਾਈ ਬੈਠੇ ਆ। ਬਲਕਿ ਤੁਸੀਂ ਇਹ ਸੋਚ ਕੇ ਹੈਰਾਨ ਹੋਵੋਗੇ ਭਈ ਜਿਹੜੀ ਕਾਮਰੇਡਾਂ ਦੀਆਂ ਯੂਨੀਅਨਾਂ ਸੀਗੀਆਂ ਉਹਦੇ ਮੁਕਾਬਲੇ ਦੇ ਉੱਤੇ ਪਹਿਲਾਂ ਕਾਂਗਰਸ ਨੇ ਯੂਨੀਅਨ ਬਣਾਈ। ਭਈ ਉਹ ਕਾਂਗਰਸ ਨੇ ਆਪਣਾ ਜਦੋਂ ਦੇਖਿਆ ਵੀ ਇਹ ਯੂਨੀਅਨਾਂ ਜੇ ਸਾਡੇ ਖਿਲਾਫ ਹੋ ਗਈਆਂ ਚੱਲਦੀਆਂ ਵੀ ਇੱਕ ਬਲਾਕ ਪੂਰਾ ਵੋਟ ਦਾ ਜਿਹੜਾ ਉਹ ਸਾਡੇ ਖਿਲਾਫ ਜਾਂਦਾ ਤੇ ਅਸੀਂ ਬਹੁਤ ਸਾਡੀ ਕਮਜ਼ੋਰ ਹੁੰਦੀ ਆ ਪੋਜੀਸ਼ਨ, ਤੇ ਉਹਨਾਂ ਨੇ ਆਪਣੀ ਬਣਾਈ। ਜਦੋਂ ਇਹ ਦੇਖਿਆ ਸਿਸਟਮ ਤੇ RSS ਨੇ ਆਪਣੀਆਂ ਯੂਨੀਅਨਾਂ ਕਾਇਮ ਕੀਤੀਆਂ। ਹੁਣ ਇਸ ਵੇਲੇ ਜਿਹੜੀਆਂ ਸਭ ਤੋਂ ਸਟਰੋਂਗ ਯੂਨੀਅਨ ਆ ਇੰਡੀਆ ਦੇ ਵਿੱਚ ਉਹ RSS ਦੀਆਂ, ਕਾਮਰੇਡਾਂ ਦੀਆਂ ਵੀ ਨਹੀਂ ਗਈਆਂ, ਕਾਂਗਰਸੀਆਂ ਦੀਆਂ ਤਾਂ ਕਦੋਂ ਦੀਆਂ ਰੁਲ ਗਈਆਂ, ਪਰ ਇਹ ਜਿਹੜੀਆਂ ਆ RSS ਦੀਆਂ ਇਸ ਵੇਲੇ ਸਭ ਤੋਂ ਸਟਰੋਂਗ ਆ। ਹੁਣ ਇਹ ਅਕਾਲੀਆਂ ਦੀ ਯੂਨੀਅਨ ਦੇਖੋ ਵੀ ਇਹ ਵੀ ਟੀਚਾ ਮਿੱਥ ਲਿਆ ਹੈ, ਪਰ ਜਿਹੜੀ ਸਟੈਪ ਲੈਣ ਦੀ ਲੋੜ ਆ ਉਹ ਸਟੈਪ ਮਿਸ ਗਿਆ ਹੈ। ਵੀ ਜੇ ਯੂਨੀਅਨ ਬਣਾਈ ਹੁੰਦੀ ਔਰ ਉਹਨੂੰ ਫਿਰ ਮਤਲਬ ਵੀ ਉਹਦੇ ਰਾਹੀਂ ਪਾਵਰ ਜਿਹੜੀ ਆ ਵੀ ਗੈਰ ਸਿੱਖਾਂ ਦੀ ਤੇ ਹੋਰ ਸਾਰੀ ਜਿਹੜੀ ਆ ਉਹ ਕੰਬਾਈਨ ਕੀਤੀ ਹੁੰਦੀ ਉਹ ਕੁਝ ਵੀ ਨਹੀਂ ਹੈਗਾ। ਫਿਰ ਅੱਗੇ ਲਿਖਦੇ ਨੇ ਵੀ ਸ਼੍ਰੋਮਣੀ ਅਕਾਲੀ ਦਲ ਖਾਸ ਕਰਕੇ ਮਹਿਕਮਾ ਡਿਫੈਂਸ ਦੀ ਹਰ ਬਾਹੀ ਵਿੱਚ ਸਿੰਘਾਂ ਦੀ ਰਵਾਇਤੀ ਪੋਜੀਸ਼ਨਾਂ ਕਾਇਮ ਰੱਖਣ ਲਈ ਯਤਨ ਕਰੇਗਾ ਅਤੇ ਯਤਨ ਕਰੇਗਾ ਕਿ ਫੌਜੀ ਸਿੰਘਾਂ ਦੀਆਂ ਲੋੜਾਂ ਪੰਥ ਦੇ ਵੱਧ ਤੋਂ ਵੱਧ ਧਿਆਨ ਵਿੱਚ ਰਹਿਣ। ਸ਼੍ਰੋਮਣੀ ਅਕਾਲੀ ਦਲ ਇਹ ਵੀ ਯਤਨ ਕਰੇਗਾ ਕਿ ਕਿਰਪਾਨ ਸਿੱਖ ਫੌਜੀਆਂ ਦੀ ਵਰਦੀ ਦਾ ਇੱਕ ਹਿੱਸਾ ਬਣ ਜਾਵੇ। ਇਹ ਮਤਲਬ 73 ਚ ਕਹਿੰਦੇ ਪਏ ਆ 73 ਦਾ ਮਤਲਬ ਹਿੱਸਾ ਹੈ ਨਹੀਂ ਤਾਂ ਕਿਰਪਾਨ ਪਾ ਤੇ ਉਹ ਹੁਣ ਤੁਸੀਂ ਇਹ ਦੇਖ ਲਓ ਵੀ ਹੁਣ ਵੀ ਹੈ ਨਹੀਂਗਾ। ਅੱਛਾ ਕਿਰਪਾਨ ਪਾ ਕੇ ਇੰਡੀਆ ਦੇ ਵਿੱਚ ਸਿੱਖ ਕਿਰਪਾਨਧਾਰੀ ਅਮਰਚਾਰੀ ਨਹੀਂ ਹੋ ਸਕਦਾ, ਮਤਲਬ ਵੀ ਜਿਹੜਾ ਫੌਜੀ ਆ ਉਹ ਨਹੀਂ ਕਿਰਪਾਨ ਪਾ ਸਕਦਾ। ਲੋ ਜੀ ਇਹ ਗੱਲ ਤਾਂ ਮੇਰੀ ਜਾਣਕਾਰੀ 'ਚ ਵਾਧਾ ਹੀ ਹੋਇਆ ਕਿਉਂਕਿ ਹੁਣ ਅਸੀਂ ਤਾਂ ਖੁਸ਼ ਹੁੰਦੇ ਹਾਂ ਬਾਹਰਲੇ ਕੰਟਰੀਆਂ ਦੇ ਵਿੱਚ ਵੀ ਹਨਾ ਵੀ ਕਿਰਪਾਨ ਪਾ ਕੇ ਅਮਰਧਾਰੀ ਸਿੱਖ ਬਾਹਰਲੀਆਂ ਮਿਲਟਰੀਆਂ ਤੇ ਉਹਨਾਂ 'ਚ ਕਰ ਰਹੇ ਆ ਤੇ ਇੰਡੀਆ 'ਚ ਹੈ ਨਹੀਂ ਗੱਲ ਦਾ। ਔਰ ਉਹੀ ਗੱਲ ਆ ਵੀ ਅਸੀਂ ਇੱਥੇ ਜਦੋਂ ਪੁਲਿਸ ਨਾਲ ਕੀਤਾ ਆ ਅਸੀਂ ਸਾਰੀਆਂ ਚੀਜ਼ਾਂ ਨੈਗੋਸ਼ੀਏਟ ਕੀਤੀਆਂ ਤੇ ਉਹਨਾਂ ਨੇ ਸਾਫ਼ ਹੀ ਸਾਨੂੰ ਦੱਸ ਦਿੱਤਾ ਕਹਿੰਦੇ ਵੀ ਕਿਰਪਾਨ ਦਾ ਕੋਈ ਮੁੱਦਾ ਹੀ ਨਹੀਂ ਹੈਗਾ ਵੀ ਜਿਹੜੀ ਦੂਸਰੀ ਹੁੰਦੀ ਨਾ ਡਿਊਟੀ ਬੈਲਟ ਕਹਿੰਦੇ ਆ ਵੀ ਜਿਹੜਾ ਪੁਲਿਸ ਅਫਸਰ ਆ ਉਹਦੀ ਜਿਹੜੀ ਡਿਊਟੀ ਬੈਲਟ ਆ ਉਹਦੇ ਵਿੱਚ ਵੀ ਉਹਨਾਂ ਨੇ ਅੱਡ ਅੱਡ ਜਿਹੜੇ ਕੰਪਾਰਟਮੈਂਟ ਬਣਾਏ ਹੋਏ ਆ, ਕਿਸੇ ਦੇ ਵਿੱਚ ਕੁਛ ਆ ਕਿਸੇ ਦੇ ਵਿੱਚ ਕੁਛ ਆ, ਉਹ ਸਾਰੀਆਂ ਚੀਜ਼ਾਂ ਪਈਆਂ। ਉਹ ਕਹਿੰਦੇ ਵੀ ਉਹ ਸਾਡੇ ਕੋਲੇ ਹੈਗੀ ਆ ਸਪੇਸ ਉਹ ਡਿਊਟੀ ਬੈਲਟ ਦੇ ਵਿੱਚ ਵੀ ਜਿਹੜੀ ਇੱਕ ਹੈਗਾ ਆ ਖਾਨਾ ਉਹੀ ਕਿਰਪਾਨ ਲਈ ਬਣਾ ਸਕਦੇ ਆ। ਸੋ ਬੜਾ ਵਧੀਆ ਹੈ ਨੈਗੋਸ਼ੀਏਟ ਹੋ ਗਿਆ ਤੇ ਉਹ ਰਾਈਟ ਜਿਹੜਾ ਆ ਉਹ ਉਦਾਂ ਦਾ ਉਦਾਂ ਹੀ ਕਾਇਮ ਰਿਹਾ। ਇਹ ਹੈਗਾ ਆ ਵੀ ਜਦੋਂ ਜਿਹਨਾਂ ਤੁਸੀਂ ਨੈਗੋਸ਼ੀਏਟ ਕਰ ਰਹੇ ਆ ਉਹ ਇਮਾਨਦਾਰ ਆ, ਉਹ ਇਮਾਨਦਾਰ ਹੈ ਬਸ। ਉਹਦਾ ਟੀਚਾ ਤੁਹਾਨੂੰ ਦੱਬਣਾ ਨਹੀਂਗਾ, ਉਹਦਾ ਟੀਚਾ ਇਹ ਆ ਵੀ ਤੁਹਾਡਾ ਰਾਈਟ ਆ ਆਪਣਾ ਧਰਮ ਜਿਹੜਾ ਆ ਉਹ ਪ੍ਰੈਕਟਿਸ ਕਰਨੇ ਦਾ, ਇਸ ਕਰਕੇ ਵੀ ਉਹਦਾ ਸਤਿਕਾਰ ਜਿਹੜਾ ਆ ਉਹ ਉਹਦਾ ਫਰਜ਼ ਬਣਦਾ। ਹੁਣ ਜਦੋਂ ਅਗਲਾ ਇਦਾਂ ਦਾ ਸਤਿਕਾਰ ਦਿੰਦਾ ਤਾਂ ਫਿਰ ਜਿਹੜਾ ਸਾਡਾ ਫਰਜ਼ ਬਣ ਜਾਂਦਾ ਕਿ ਉਹ ਉਸ ਜਿਹੜੀ ਵਰਦੀ ਦਿੱਤੀ ਹੈ ਜਾਂ ਜਿਹੜਾ ਦੇਸ਼ ਲਈ ਅਸੀਂ ਸਰਵ ਕਰ ਰਹੇ ਆ ਆਪਣੇ ਆਪ ਦੇ ਵਿੱਚ ਉਹਦੇ ਲਈ ਜਿਹੜੀ ਭਗਤੀ ਹੈ ਦੇਸ਼ ਭਗਤੀ ਉਹ ਪੈਦਾ ਹੋ ਜਾਂਦੀ ਹੈ। ਵਫਾਦਾਰੀ ਆਪੇ ਆਪਣੇ ਨਾਲ ਯੂਨੀਫਾਰਮ ਦੇ ਨਾਲ। ਹਾਂਜੀ ਸੋ ਉਹ ਚੀਜ਼ਾਂ ਜਿਹੜੀਆਂ ਆ ਵੀ ਉਹ ਸਾਰੀਆਂ ਹੁਣ ਤੇ ਉਹ ਵੀ ਖਬਰ ਚੱਲਦੀ ਪਈ ਆ ਵੀ ਜਿਹੜੀ ਕਹਿੰਦੇ ਵੀ ਬੈਂਗਲੌਰ ਦੇ ਵਿੱਚ ਉਹਨਾਂ ਨੇ ਬਿਲਕੁਲ ਹੀ ਬੈਨ ਕਰ ਦਿੱਤੀ ਆ ਵੀ ਕਿਰਪਾਨ ਕੋਈ ਪਾ ਹੀ ਨਹੀਂ ਸਕਦਾ। ਅੱਛਾ ਜੀ। ਸੋ ਉਹ ਵੀ ਹੁਣ ਪਤਾ ਨਹੀਂ ਵੀ ਉਹ ਕਿੱਥੇ ਤੱਕ ਗੱਲ ਪਹੁੰਚੀ ਆ ਵੀ ਜਾਂ ਕੀ ਉਹਦੇ ਵਿੱਚ ਸੱਚਾਈ ਆ ਤੇ ਕੀ ਚੱਲਦਾ ਪਿਆ ਆ ਵੀ ਔਰ ਉਹ ਤੇ ਆਪਾਂ ਅਕਸਰ ਹੀ ਸੁਣੀਦਾ ਵੀ ਕਿਸੇ ਸਕੂਲ ਦੇ ਵਿੱਚ ਜੀ ਅਖੇ ਉਹਨਾਂ ਨੇ ਮਨਾ ਕਰ ਦਿੱਤਾ ਆ। ਬਿਲਕੁਲ CBSE ਦੇ ਐਗਜ਼ਾਮ ਚੋਂ ਜਿਹੜੇ ਹੋਰ ਜਿੰਨੇ ਐਂਟਰੈਂਸ ਐਗਜ਼ਾਮ ਹੁੰਦੇ ਆ ਉਹਨਾਂ ਦੇ ਵਿੱਚ ਬਹੁਤ ਸਾਰੇ ਜਿਹੜੇ ਸਾਡੇ ਸਿੱਖ ਬੱਚੇ ਉਹਨਾਂ ਨੂੰ ਨਹੀਂ ਪਾ ਕੇ ਜਾਣ ਦਿੰਦੇ। ਸੋ ਉਹ ਜਿਹੜੇ ਡਰਾਮੇ ਆ ਵੀ ਅਗਲੇ ਤੇ ਕੋਈ ਮੌਕਾ ਜਾਣ ਹੀ ਨਹੀਂ ਦਿੰਦੇ ਵੀ ਜਿੱਥੇ ਉਹ ਸਾਡੇ ਹੱਕ ਜਿਹੜੇ ਆ ਵੀ ਸਾਡੇ ਮਤਲਬ ਹੱਕ ਕਿਸੇ ਨੂੰ ਕੁਝ ਨਹੀਂ ਕਹਿ ਰਹੇ ਤੇ ਉਹ ਜਿਹੜੇ ਆ ਵੀ ਉਹ ਸਾਨੂੰ ਅਹਿਸਾਸ ਕਰਾਉਂਦੇ ਆ ਜਾਣ ਕੇ ਵੀ ਇਹ ਵੀ ਤੁਸੀਂ ਨਹੀਂ ਅਸੀਂ ਤਾਂ ਜਾਨੀ ਕਿਤੇ ਰਾਜ ਦੇ ਸੁਪਨੇ ਲੈ ਰਹੇ ਆ ਹੈਨਾ ਰਾਜ ਕਰੇ ਦੇ ਖਾਲਸੇ ਦੇ ਤੇ ਅਗਲੇ ਤਾਂ ਤੁਹਾਨੂੰ ਜਿਹੜੇ ਛੋਟੇ ਜਿਹੜੇ ਤੁਹਾਡੇ ਮੁੱਢਲੇ ਅਧਿਕਾਰ ਹੈ ਧਾਰਮਿਕ ਤੌਰ ਤੇ ਉਹ ਤਾਂ ਤੁਹਾਡੇ ਉਹਨਾਂ ਨੂੰ ਤਾਂ ਉਹ ਨਹੀਂ ਚੰਗੇ ਲੱਗਦੇ, ਉਹਨਾਂ ਦੀ ਪੂਰਤੀ ਕਰਨ ਖਾਤਰ ਵੀ ਤੁਹਾਡੇ ਤੇ ਪਾਬੰਦੀਆਂ ਲਾਈ ਜਾ ਰਹੇ ਆ। ਬਿਲਕੁਲ ਜੀ। ਤੇ ਉਹ ਜੇ ਤੁਸੀਂ ਦੇਖੋ ਨਾ ਫਿਰ ਦੂਜਾ ਜਿਹੜਾ ਵੀ ਉਹ ਕਹਿੰਦੇ ਆ ਵੀ ਡਿਫੈਂਸ ਦੀ ਹਰ ਬਾਹੀ ਦੇ ਵਿੱਚ ਸਿੰਘਾਂ ਦੀ ਰਵਾਇਤੀ ਪੋਜੀਸ਼ਨਾਂ ਕਾਇਮ ਰੱਖਣ ਦੀ ਯਤਨ ਕਰੇਗਾ। ਹੁਣ ਮਤਲਬ ਤੁਸੀਂ ਆ 73 ਤੋਂ ਹੁਣ ਕੰਪੇਅਰ ਕਰਕੇ ਦੇਖ ਲਓ
73 ਦੇ ਵਿੱਚ ਉਹ ਜਰਨੈਲ ਸੀਗੇ, ਉਹ ਉੱਚੇ ਅਫਸਰ ਅਹੁਦਿਆਂ ਦੇ ਉੱਤੇ ਅਫਸਰ ਸੀਗੇ ਭਈ 에ਅਰ ਮਾਰਸ਼ਲ ਅਰਜਨ ਸਿੰਘ ਵਰਗੇ ਜਾਂ ਲੈਫਟੀਨੈਂਟ ਜਨਰਲ ਜਗਜੀਤ ਸਿੰਘ ਅਰੋੜੇ ਵਰਗੇ ਤੇ ਹੋਰ ਭਈ ਜਿਹੜੇ ਮਤਲਬ ਜਾਂ ਜਨਰਲ ਹਰਬਖਸ਼ ਸਿੰਘ ਵਰਗੇ ਭਈ ਜਿਨ੍ਹਾਂ ਲਈ ਭਈ ਠੀਕ ਆ ਵੀ ਫੌਜ ਦੇ ਨਾਲ ਵਫਾਦਾਰੀ ਸੀਗੀ, ਪਰ ਜਦੋਂ ਉਹਨਾਂ ਨੂੰ ਲੱਗਦਾ ਸੀ ਵੀ ਪੰਜਾਬ ਦੇ ਹੱਕ ਜਾਂ ਸਿੱਖਾਂ ਦੇ ਹੱਕਾਂ ਦੇ ਉੱਤੇ ਡਾਕਾ ਪੈਣ ਲੱਗਿਆ ਤੇ ਉੱਥੇ ਵੀ ਸਟੈਂਡ ਲੈ ਜਾਂਦੇ ਸੀ। ਪਰ ਅੱਜ ਦੇਖੋ ਵੀ ਉਦਾਂ ਦੇ ਜਿਹੜਾ ਜਨਰਲ ਬਿਕਰਮ ਸਿੰਘ ਰਿਟਾਇਰ ਹੋਇਆ ਜੀ ਆਰਮੀ ਦਾ ਚੀਫ ਬਣ ਕੇ, ਭਈ ਉਹਦੀ ਇੰਟਰਵਿਊ ਸੁਣਦਾ ਪਿਆ ਸੀਗਾ ਵੀ ਮਤਲਬ ਭਈ ਕਹਿ ਲਓ ਭਈ ਉਹਨੂੰ ਵੇਖ ਕੇ ਨਾ ਵੀ ਏਦਾਂ ਲੱਗਦਾ ਸੀਗਾ ਵੀ ਬੰਦਾ ਦੇਖੋ ਵੀ ਪੱਗ ਬੰਨ੍ਹ ਕੇ ਬੈਠਾ ਆ ਤੇ ਇਹਦੇ ਵਿੱਚ ਸਿੱਖੀ ਦਾ ਮਾੜਾ ਮੋਟਾ ਵੀ ਜਿਹੜਾ ਹੈਗਾ ਨਾ ਕੌਮ ਦਾ ਉਹ ਅੰਸ਼ ਨਹੀਂ ਦੇਖਦਾ ਪਿਆ। ਉਹ ਤਾਂ ਮੈਨੂੰ ਲੱਗਦਾ ਵੀ ਹੁਣ ਟ੍ਰੇਨਿੰਗ 'ਚ ਮਾਰ ਦਿੰਦੇ ਉਹ ਚੀਜ਼ ਤਾਂ। ਔਰ ਉਹ ਚੀਜ਼ ਜਿਹੜੀ ਆ ਵੀ ਉਹ ਦੇਖਣੇ ਵਾਲੀ ਆ ਵੀ ਅਗਲਿਆਂ ਨੇ ਉਹ ਟਾਈਮ ਦੀ ਉਡੀਕ ਕੀਤੀ ਆ ਭਈ ਜਦੋਂ ਉਹਨਾਂ ਨੂੰ ਪਤਾ ਆ ਵੀ ਹੁਣ ਇਹ ਸਿਰਫ ਨਾਮ ਦਾ ਸਿੱਖ ਰਹਿ ਗਿਆ, ਭਈ ਹੁਣ ਇਹ ਜਿੰਨੇ ਸਿੱਖ ਥੱਲਿਓਂ ਆ ਰਹੇ ਆ ਅਫਸਰੀ ਦੇ ਵਿੱਚ ਇਹਨਾਂ ਦੇ ਵਿੱਚ ਸਿੱਖੀ ਵਾਲਾ ਮਾਦਾ ਹੈ ਨਹੀਂ, ਉਦੋਂ ਉਹਨਾਂ ਨੇ ਆਰਮੀ ਦਾ ਚੀਫ ਜਿਹੜਾ ਉਹ ਸਿੱਖ ਲਾਉਣ ਦੇ ਵਿੱਚ ਸੇਫਟੀ ਮਹਿਸੂਸ ਕੀਤੀ ਆ। ਉਹ ਤੋਂ ਪਹਿਲਾਂ ਉਹਨਾਂ ਨੇ ਆਰਮੀ ਦਾ ਚੀਫ ਲਾਇਆ ਹੀ ਨਹੀਂ ਕਦੀ ਵੀ ਸਿੱਖ, ਜਦੋਂ ਬਣਦਾ ਵੀ ਸੀਗਾ ਹੱਕ ਉਦੋਂ ਵੀ ਹੱਕ ਜਿਹੜਾ ਆ ਲਤਾੜ ਦਿੱਤਾ, ਦੂਜਿਆਂ ਨੂੰ ਲਾਤਾ, ਉਹਨੂੰ ਇਗਨੋਰ ਕਰ। ਹਾਲਾਂਕਿ ਹੁਣ ਤਾਂ ਇਹ ਜ਼ਿਆਦਾ ਸਟਰੋਂਗ ਹੋ ਗਏ। ਹੁਣ ਉਹ ਸਮੇਂ ਦੇ ਵਿੱਚ ਆਪਾਂ ਨੂੰ ਪਤਾ ਹੀ ਆ ਵੀ ਹਨਾ ਵੀ ਜਨਰਲ ਸਵੇਗ ਸਿੰਘ ਤੋਂ ਲੈ ਕੇ ਹੋਰ ਬੰਦੇ ਜਿਨ੍ਹਾਂ ਦੇ ਚੱਲੇ ਆ ਵੀ ਸਾਰਿਆਂ ਦੇ ਨਾਲ ਧੱਕਾ ਕਰਕੇ ਉਹਨਾਂ ਨੂੰ ਜਬਰੀ ਰਿਟਾਇਰ ਕਰਦੇ ਰਹੇ ਆ, ਤਾਂ ਉਹਨਾਂ ਨੂੰ ਬਣਦੀ ਆ ਹੱਕ ਇਹਨਾਂ ਨੇ ਦਿੱਤੇ ਨਹੀਂ ਕਦੇ ਮਿਲਟਰੀ ਨੇ ਕਦੀ। ਔਰ ਖਾਸ ਤੌਰ ਦੇ ਉੱਤੇ ਵੀ ਜਦੋਂ ਆਰਮੀ 47 ਤੋਂ ਬਾਅਦ ਮੇਰੇ ਖਿਆਲ 51 ਕਿ 52 ਦੀ ਗੱਲ ਆ ਵੀ ਜਦੋਂ ਇੱਕ ਹੈਲੀਕਾਪਟਰ ਜਿਹੜਾ ਆ ਉਹਦੇ ਵਿੱਚ ਇੰਨੇ ਜਰਨੈਲ ਜਿਹੜੇ ਭਰ ਕੇ ਉਹ ਕ੍ਰੈਸ਼ ਕਹਿੰਦੇ ਕਰਾਇਆ ਗਿਆ ਸੀ, ਹੈਲੀਕਾਪਟਰ ਜਿਹੜਾ ਉਹ ਕ੍ਰੈਸ਼ ਕਰਵਾਤਾ, ਜਿਹੜੀ ਟੌਪ ਦੀ ਲੀਡਰਸ਼ਿਪ ਸੀ ਸਿੱਖਾਂ ਦੀ ਆਰਮੀ ਦੇ ਵਿੱਚ ਉਹ ਸਾਰੀ ਦੀ ਸਾਰੀ ਮਾਰ ਦਿੱਤੀ। ਨਹੀਂ ਤਾਂ ਉਸ ਵੇਲੇ ਜੇ ਉਹ ਜੀਦੇ ਹੁੰਦੇ ਤੇ ਜਿਹੜੇ ਕਹਿ ਲਓ ਵੀ ਪਹਿਲੇ ਇੱਕ ਮਤਲਬ ਟਾਈਮ ਇਦਾਂ ਦਾ ਆ ਜਾਣਾ ਸੀਗਾ ਵੀ 5-6 ਜਿਹੜੇ ਸੀਗੇ ਜਰਨੈਲ ਆਰਮੀ ਦੇ ਚੀਫ ਉਹ ਸਿੱਖ ਬਣਨੇ ਹੈਗੇ ਇੱਕ ਤੋਂ ਬਾਅਦ ਇੱਕ। ਸੋ ਉਹ ਅਗਲੇ ਜਿਹੜੇ ਆ ਉਹ ਤੇ ਖੇਡਾਂ ਖੇਡੀ ਜਾਣਦੇ ਆਪਣੀਆਂ। ਪਰ ਉਧਰੋਂ ਇਹ ਵੀ ਦੇਖ ਲਓ ਵੀ ਅਸੀਂ ਅਜੇ ਤੱਕ ਵੀ ਕੋਈ ਐਸਾ ਨਹੀਂ ਕੀਤਾ ਵੀ ਉਦਮ ਕੀਤਾ ਹੋਵੇ ਵੀ ਜਿਹਦੇ ਵਿੱਚ ਅਸੀਂ ਇਹ ਕਹੀਏ ਭਈ ਜਿਹੜੇ ਆਰਮੀ ਦੇ ਵਿੱਚ ਜਾਣ ਦੇ ਇੱਛੁਕ ਹੈਗੇ ਆ ਸਿੱਖ ਬੱਚੇ, ਭਈ ਉਹਨਾਂ ਦੇ ਵਿੱਚ ਸਿੱਖੀ ਦਾ ਮਾਦਾ ਜਿਹੜਾ ਆ ਉਹ ਇਸ ਹਿਸਾਬ ਨਾਲ ਭਰੀਏ ਵੀ ਉਹਨਾਂ ਨੂੰ ਕਿਤੇ ਵੀ ਕੋਈ ਇਹ ਨਾ ਹੋਵੇ ਭਈ ਆਰਮੀ ਨੂੰ ਸਰਵ ਕਰਨ ਲੱਗਿਆ ਜਾਂ ਮਤਲਬ ਮੈਨੂੰ ਇਹ ਚੁਣਨਾ ਪੈਣਾ ਵੀ ਜਾਂ ਮੈਂ ਕੌਮ ਦਾ ਹੋਵਾਂ ਤੇ ਜਾਂ ਮੈਂ ਮੁਲਕ ਦਾ ਹੋਵਾਂ। ਸੋ ਉਹ ਜਿਹੜਾ ਹੈਗਾ ਨਾ ਵੀ ਉਹ ਅਸੀਂ ਬਿਲਕੁਲ ਹੀ ਮਤਲਬ ਗਵਾ ਬੈਠੇ ਆ ਟੋਟਲੀ। ਨਹੀਂ ਹੁਣ ਤੁਸੀਂ ਇੱਥੋਂ ਆਪਾਂ ਗੱਲ ਯਾਦ ਆ ਗਈ, ਆਪਾਂ ਹੁਣ ਦੇ ਅੱਜ ਦੇ ਹਾਲਾਤਾਂ 'ਚ ਨਿਗਾਹ ਮਾਰੀਏ। ਇਹ ਗੱਲ ਤਾਂ ਹੋਵੇ ਨਾ ਜੇ ਸਿੱਖੀ ਦਾ ਜਜ਼ਬਾ ਹੋਵੇ। ਅੱਜ ਕੱਲ੍ਹ ਤਾਂ ਸਾਰਾ ਜ਼ੋਰ ਸਿੱਖੀ ਪਹਿਰਾਵਿਆਂ ਦੇ ਵਿੱਚ ਉਹ ਜਜ਼ਬਾ ਮਾਰਨ ਤੇ ਲੱਗਿਆ ਹੋਇਆ। ਅਗਲੇ ਕਹਿੰਦੇ ਡੈਮੋਕ੍ਰੇਸੀ ਹੈ, ਤਾਂ ਹੁਣ ਆਹ ਜਿਹੜੀ ਡੈਮੋਕ੍ਰੇਸੀ ਆ ਇਹਦਾ ਨਕਸ਼ਾ ਹੈ। ਹੁਣ ਇਸ ਚੀਜ਼ ਨੂੰ ਜਿਹੜੀ ਕੋਈ ਕੌਮ ਸਫ਼ਰ ਕਰ ਰਹੀ ਹੈ ਉਹ ਤੋਂ ਇਲਾਵਾ ਹੋਰ ਕਿਹੜਾ ਬੰਦਾ ਜਿਹੜਾ ਆ ਕੇ ਇਸ ਚੀਜ਼ ਨੂੰ ਉਭਾਰੂਗਾ ਵੀ ਭਾਈ ਸਾਡੇ ਨਾਲ ਹੋ ਆ ਰਿਹਾ ਇਸ ਡੈਮੋਕ੍ਰੇਸੀ ਦੇ ਵਿੱਚ, ਹੈ ਨਾ। ਹੁਣ ਜਿਵੇਂ ਜੋ ਰੋਜ਼ ਦੇ ਇੰਸੀਡੈਂਟ ਤੁਸੀਂ ਚੱਕ ਲਓ, ਇਸ ਡੈਮੋਕ੍ਰੇਸੀ ਦੇ ਅਧੀਨ ਬਹੁ ਗਿਣਤੀ ਦੇ ਨਾਲ ਕਾਨੂੰਨ ਪੁਲਿਸ ਸਾਰਾ ਜਿਹੜਾ ਪ੍ਰਸ਼ਾਸਨ ਉਹ ਹੋਰ ਤਰੀਕੇ ਨਾਲ ਪੇਸ਼ ਆਉਂਦਾ ਸਣੇ ਅਦਾਲਤਾਂ ਦੇ, ਤੇ ਜਿਹੜੇ ਘੱਟ ਗਿਣਤੀ ਆ ਉਹਨਾਂ ਲਈ ਹੋਰ ਤਰੀਕੇ ਨਾਲ ਆਉਂਦਾ। ਠੀਕ ਹੈ, ਦੂਜੇ ਪਾਸੇ ਚਾਹੇ ਕੋਈ ਬੰਬ ਬਲਾਸਟ ਕਰਦਾ ਹੋਵੇ, ਕੋਈ ਜਿੰਨੇ ਮਰਜ਼ੀ ਹਥਿਆਰਾਂ ਨੇ ਜ਼ਖੀਰੇ ਰੱਖਦਾ ਹੋਵੇ, ਉਹਨੂੰ ਅਗਲੇ ਟਿਕਟਾਂ ਦੇ ਕੇ ਮੈਂਬਰ ਪਾਰਲੀਮੈਂਟ ਬਣਾ ਦਿੰਦੇ ਆ। ਤੇ ਤੁਹਾਡੇ ਕਿਸੇ ਦੇ ਘਰੋਂ ਲਿਟਰੇਚਰ ਵੀ ਮਿਲ ਜਵੇ ਜਿਹਦੇ ਵਿੱਚ ਤੁਸੀਂ ਆਪਣੇ ਹੱਕਾਂ ਦੀ ਗੱਲ ਕਰੀ ਹੋਵੇ ਤੇ ਉਹਨਾਂ ਦੇ ਉੱਤੇ ਤੁਸੀਂ ਉਹ ਟਾਂਡਾ ਪੋਟਾ ਤੇ ਆਹ ਯੂਪੀ ਵਰਗੇ ਕਾਨੂੰਨ ਲਾ ਕੇ ਉਹਨਾਂ ਨੂੰ ਉਹ ਅਣਮਿੱਥੇ ਸਮੇਂ ਲਈ ਜੇਲ੍ਹਾਂ 'ਚ ਸੁੱਟ ਦਿੰਦੇ ਆ। ਤੇ ਹਾਲੇ ਵੀ ਜਿਹੜੇ ਬੰਦੇ ਡੈਮੋਕ੍ਰੇਸੀ ਦੀ ਗੱਲ ਕਰਦੇ ਆ ਤਾਂ ਫਿਰ ਉਹ ਕਿਹੜੇ ਪੱਖ 'ਚ ਖੜੇ ਆ। ਤੇ ਹੁਣ ਜਿੱਥੇ ਰਹੀ ਗੱਲ ਹੁਣ ਡੈਮੋਕ੍ਰੇਸੀ ਦੇ ਨਾਲ ਲੜਨ ਖਾਤਰ ਪਹਿਲਾਂ ਜਜ਼ਬਾ ਭਰਨਾ ਪਊਗਾ, ਉਹ ਜਜ਼ਬਾ ਮਾਰਨ ਦੇ ਉੱਤੇ ਤਾਂ ਸਾਰੇ ਲੱਗੇ ਹੋਏ ਆ। ਖਾਸ ਕਰਕੇ ਜਿਹੜਾ ਸਾਡਾ ਹੁਣ ਢੱਡਰੀ ਵਾਲੇ ਦਾ ਸ਼ਿਕਵਾ ਮੇਨ ਇਹੀ ਹੁੰਦਾ ਵੀ ਤੂੰ ਕਿਹੜੀ ਡੈਮੋਕ੍ਰੇਸੀ ਦੀ ਗੱਲ ਕਰਦਾ ਵੀ ਡੈਮੋਕ੍ਰੇਸੀ ਹੈ। ਤੂੰ ਡੈਮੋਕ੍ਰੇਸੀ ਦੇ ਵਿੱਚ ਜਿਹੜੇ ਟੂਲ ਦਿੱਤੇ ਹੋਏ ਆ ਡੈਮੋਕ੍ਰੇਸੀ ਨੇ, ਜਿੱਥੇ ਵਾਕਈ ਜਿਨ੍ਹਾਂ ਕੰਟਰੀ ਦੇ ਵਿੱਚ ਅਸੀਂ ਰਹਿੰਦੇ ਆ ਤਾਂ ਉੱਥੇ ਹੁਣ ਕੋਈ ਮਾੜੀ ਮੋਟੀ ਕੋਈ ਪਟੀਸ਼ਨ ਵੀ ਪਾਉਂਦਾ ਤਾਂ ਉਹਦੀ ਵੀ ਸੁਣਵਾਈ ਹੁੰਦੀ ਹੈ, ਕੋਈ 2 ਸਾਈਨ ਕਰਕੇ 10 ਬੰਦੇ ਇਕੱਠੇ ਹੋ ਕੇ, ਹੈ ਨਾ। ਵੀ ਡੈਮੋਕ੍ਰੇਸੀ ਦੇ ਜਿਹੜੇ ਪਿੱਲਰ ਹੈ, ਧਰਨੇ ਮੁਜ਼ਾਹਰੇ ਜਾਂ ਜਿਸ ਤਰੀਕੇ ਦੀ ਐਜੀਟੇਸ਼ਨ ਹੈ, ਉਹਦੇ ਨਾਲ ਜ਼ਬਰ ਨਹੀਂ ਕਰਿਆ ਜਾਂਦਾ, ਉਹਨਾਂ ਨੂੰ ਬਰਾਬਰ ਦੇ ਹੱਕ ਦਿੱਤੇ ਜਾਂਦੇ, ਉਹਨਾਂ ਦੀ ਗੱਲ ਸੁਣੀ ਜਾਂਦੀ ਆ। ਤੇ ਉੱਥੇ ਜਿਹੜੀ ਡੈਮੋਕ੍ਰੇਸੀ ਤੁਸੀਂ ਬੈਠੇ ਹੋ ਤਾਂ ਤੁਹਾਨੂੰ ਚੱਪਲਾਂ ਝਾੜਨ ਤੋਂ ਇਲਾਵਾ ਅਗਲੇ ਨੇ ਜੌਬਾਂ ਦਿੱਤੀਆਂ ਹੋਈਆਂ, ਉਹ ਤੋਂ ਇਲਾਵਾ ਤੁਹਾਡੇ ਕੋਲ ਕੰਮ ਕਿਹਾ ਤੇ ਤੁਸੀਂ ਕਿਹੜਾ ਕੌਮੀ ਜਜ਼ਬਾ ਭਰ ਰਹੇ ਆ। ਤੇ ਤੁਸੀਂ ਜਿਹੜੀ ਕੌਮ ਨੂੰ ਲਾਇਆ ਹੋਇਆ ਜਿਹੜੀ ਰੱਬ ਵਾਲੇ ਉਹਦੇ ਚ ਉਲਝਾ ਲਵੇ, ਜਿਹਦੇ ਬਾਰੇ ਗੁਰੂ ਸਾਹਿਬ ਨੇ ਵੀ ਕਿਹਾ ਵੀ ਇਹਦਾ ਅੰਤ ਪਾਉਂਦਾ ਬੰਦਾ ਆਪਣਾ ਅੰਤ ਗਵਾ ਲੈਂਦਾ। ਨਹੀਂ ਇਹਨੇ ਕਦੀ ਇਹ ਗੱਲ ਕਹੀ ਹੋਵੇ ਵੀ ਭਾਈ ਵੀ ਲੋਕਤੰਤਰੀ ਜਿਹੜਾ ਸਿਸਟਮ ਆ ਵੀ ਉਹਦੇ ਵਿੱਚ ਆ ਜਿਹੜੀਆਂ ਆ ਵੀ ਇਹ ਸ਼ਰਤਾਂ ਪੂਰੀਆਂ ਹੋਣੀਆਂ ਚਾਹੀਦੀਆਂ, ਜਿਹੜੀਆਂ ਨਾ ਪੰਜਾਬ 'ਚ ਪੂਰੀਆਂ ਹੋ ਰਹੀਆਂ ਨਾ ਭਾਰਤ ਵਿੱਚ ਪੂਰੀਆਂ ਹੋ ਰਹੀਆਂ। ਭਈ ਜਿੱਦਾਂ ਵੀ ਜਿਹੜੀ ਇੰਡੀਪੈਂਡੈਂਟ ਜੁਡੀਸ਼ਰੀ ਆ ਜਾਂ ਜਿਹੜੇ ਇੰਡੀਪੈਂਡੈਂਟ ਮੀਡੀਆ ਆ ਜਾਂ ਹੋਰ ਸਾਰਾ ਕੁਝ ਆ ਉਹ ਦੱਸ ਦੇਵੇ, ਟੀਵੀ ਨਹੀਂ ਦੇਖਦਾ ਉੱਥੇ, ਜਾਂ ਇਹਨੂੰ ਇਹ ਨਹੀਂ ਪਤਾ ਵੀ ਇਹ ਵੀ ਜੱਜ ਜਿਹੜੇ ਆ ਉਹ ਕਿੱਦਾਂ ਫੈਸਲਾ ਕਰਦੇ ਪਏ ਆ, ਉਹਨਾਂ ਦੇ ਖਿਲਾਫ ਕਦੀ ਬੋਲਿਆ ਹੋਵੇ ਕੁਝ। ਹਾਂ ਨਹੀਂ ਹੁਣ ਉਸ ਸਿਸਟਮ ਦੇ ਅਧੀਨ ਉਹ ਉਹਨਾਂ ਨੇ ਮੋਹਰੇ ਬਣਾਏ ਆ ਆਪਣੇ, ਉਹਨਾਂ ਨੇ ਮੋਹਰੇ ਬਣਾ ਕੇ ਹੁਣ ਤੁਸੀਂ ਦੱਸੀ ਜਾਂਦੇ ਵੀ ਡੈਮੋਕ੍ਰੇਸੀ ਹੈ ਜੀ, ਤੇ ਤੁਸੀਂ ਆਪਸ 'ਚ ਲੜ ਕੇ ਤੁਹਾਡੇ ਗਰੁੱਪ ਬਣਾ ਕੇ ਹੈ ਤਾਂ ਤੁਸੀਂ ਉਹਨਾਂ ਦੇ ਮੋਹਰੇ ਆ, ਹੈ ਨਾ। ਵੀ ਜਿਹੜਾ ਸਿਸਟਮ ਡੈਮੋਕ੍ਰੇਸੀ ਦੇ ਵਿੱਚ ਤੁਹਾਨੂੰ ਦੇਖਦਾ ਹੀ ਦੂਜੇ ਤਰੀਕੇ ਦੇ ਨਾਲ, ਉਹ ਤੋਂ ਤੁਸੀਂ ਕੀ ਆਸ ਰੱਖਦੇ ਆ ਤੇ ਉਹਦੀ ਤੁਸੀਂ ਭਗਤੀ ਕਰੀ ਜਾਂਦੇ ਰੋਜ਼।
ਬਜਾਏ ਕੌਮੀ ਜਜ਼ਬਾ ਭਰਨ ਦੇ ਭਾਈ ਸਾਡੇ ਨਾਲ ਤਾਂ ਕਿੱਥੋਂ ਤੋਂ ਲੈ ਕੇ ਕਿੱਥੇ ਤੱਕ ਆ ਡੈਮੋਕ੍ਰੇਸੀ ਜਿਹੜੀ ਲਿਆਈ ਹੈ। ਨਾਲੇ ਅੱਜ ਦੇ ਡੇਟ ਦੇ ਵਿੱਚ ਕਿਹਨੂੰ ਨਹੀਂ ਪਤਾ ਵੀ ਜਿਹੜੀ ਡੈਮੋਕ੍ਰੇਸੀ ਆ ਉਹ ਬਹੁ ਗਿਣਤੀ ਲਈ ਕੰਮ ਕਰਦੀ ਆ, ਬਹੁਤ ਗਿਣਤੀ ਨਹੀਂ ਆ ਹਨਾ। ਇਹ ਤਾਂ ਡਿਕਟੇਟਰਸ਼ਿਪ ਨੂੰ ਵੀ ਮਾੜੀ ਆ। ਜੇ ਅਸੀਂ ਦੇਖੀਏ ਘੱਟ ਗਿਣਤੀਆਂ ਲਈ ਤਾਂ ਇਹ ਡਿਕਟੇਟਰਸ਼ਿਪ ਨੂੰ ਵੀ ਮਾੜੀ ਆ, ਜਿਹਦੇ 'ਚ ਕੋਈ ਹੈ ਹੀ ਨਹੀਂ ਮਾੜਾ ਮੋਟਾ ਵੀ ਕੁਛ ਹੋ। ਯਾਨੀ ਕਿ ਭਈ ਜਿਹੜਾ ਲੋਕਤੰਤਰ ਸਹੀ ਤਰੀਕੇ ਨਾਲ ਚੱਲੂਗਾ ਉਹੋ ਹੀ ਸਾਰਿਆਂ ਨੂੰ ਸਰਵ ਕਰ ਸਕਦਾ। ਸੋ ਇਸ ਕਰਕੇ ਭਈ ਗੱਲ ਇਹ ਹੋਣੀ ਚਾਹੀਦੀ ਆ ਭਈ ਭਾਵੇਂ ਲੋਕਤੰਤਰ ਆ ਭਾਵੇਂ ਡਿਕਟੇਟਰਸ਼ਿਪ ਆ, ਜਿਹੜਾ ਰੂਲ ਆਫ ਲਾਅ ਆ ਜਿੰਨੀ ਦੇਰ ਉਹ ਸਾਰਿਆਂ ਲਈ ਬਰਾਬਰ ਨਹੀਂ ਹੈਗਾ ਉਨੀ ਦੇਰ ਨਹੀਂ ਫਰਕ ਪੈਂਦਾ ਵੀ ਸਿਰਫ ਇਸ ਕਰਕੇ ਸਪੋਰਟ ਕਰੀ ਚੱਲੋ ਜੀ ਵੀ ਕਿਉਂਕਿ ਲੋਕਤੰਤਰੀ ਰਾਜ ਆ, ਜਾਂ ਇਸ ਕਰਕੇ ਵਿਰੋਧ ਕਰੀ ਚੱਲੋ ਵੀ ਕਿਉਂਕਿ ਡਿਕਟੇਟਰਸ਼ਿਪ ਆ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਵੀ ਅਲਟੀਮੇਟਲੀ ਰੂਲ ਆਫ ਲਾਅ ਜਿਹੜਾ ਆ ਉਹ ਡਿਸਾਈਡ ਕਰਦਾ ਆ ਵੀ ਕਿਹੜੀ ਚੀਜ਼ ਚੰਗੀ ਆ, ਕਿਹੜਾ ਕਹਿ ਲਓ ਵੀ ਸਰਕਾਰ ਚੰਗੀ ਆ ਤੇ ਕਿਹੜੀ ਮਾੜੀ ਹੈ। ਉਹ ਚੀਜ਼ਾਂ ਮਤਲਬ ਕੋਈ ਹੁਣ ਇਹਨਾਂ ਦੇ ਤਹਿਤ ਦੇ ਉੱਤੇ ਹੀ ਜਿਹੜਾ ਆਪਾਂ BBC ਦੇ ਕਹਿੰਦੇ ਵੀ ਮਹਾਰਾਜਾ ਰਣਜੀਤ ਸਿੰਘ ਦੀ ਡਿਕਟੇਟਰਸ਼ਿਪ ਸੀ ਉਹ ਵੀ ਉਹਨੂੰ ਵਧੀਆ ਜਿਹੜਾ ਬਿਹਤਰ ਜਿਹੜਾ ਉਹਦਾ ਐਡਮਿਨਿਸਟ੍ਰੇਸ਼ਨ ਦਾ ਜਿਹੜਾ ਦਰਜਾ ਦਿੱਤਾ ਹੈ ਹਨਾ, ਉਹਨੇ ਕਾਨੂੰਨ ਦਾ ਲਾਅ ਜੇ ਐਸਟੈਬਲਿਸ਼ ਕੀਤਾ ਸੀ ਉਹਦੇ ਆਧਾਰ ਦੇ ਉੱਤੇ ਹੋਇਆ। ਤੇ ਹੁਣ ਦੂਜੇ ਪਾਸੇ ਜਿਹੜੀ ਮੇਰਾ ਕਹਿਣ ਦਾ ਮਤਲਬ ਇਹ ਤਾਂ ਵੀ ਜਿਹੜੀ ਡੈਮੋਕ੍ਰੇਸੀ ਘੱਟ ਗਿਣਤੀਆਂ ਨੂੰ ਦੱਬਣ ਖਾਤਰ ਸਾਰੀਆਂ ਉਹਦੀਆਂ ਫੋਰਸਾਂ ਲੱਗੀਆਂ ਹੋਣ ਤੇ ਉਸ ਡੈਮੋਕ੍ਰੇਸੀ ਦਾ ਰੌਲਾ ਪਾ ਕੇ ਤੇ ਢੱਡਰੀ ਵਾਲੇ ਵਰਗੇ ਉੱਥੇ ਇਨਸਾਫ ਤੇ ਸਾਨੂੰ ਸਾਰਿਆਂ ਨੂੰ ਕਹਿ ਰਹੇ ਵੀ ਡੈਮੋਕ੍ਰੇਸੀ ਹੈ ਜੀ, ਡੈਮੋਕ੍ਰੇਸੀ ਹੈ ਹੈਨਾ, ਵੀ ਤੁਸੀਂ ਉਹ ਡੈਮੋਕ੍ਰੇਸੀ ਦਾ ਸਾਰਾ ਕੁਝ ਤਾਂ ਦੇਖ ਰਹੇ ਹੋ। ਉਹ ਡੈਮੋਕ੍ਰੇਸੀ ਦਾ ਤੁਹਾਡੇ ਨਾਲ 47 ਤੋਂ ਬਾਅਦ ਅੱਜ ਤੱਕ ਘਾਣ ਲੱਗੀ ਹੋਈ ਆ ਕਰਨ, ਤੁਸੀਂ ਤਾਂ ਛੋਟੇ ਛੋਟੇ ਕਰਿੰਦੇ ਆ ਉਹਨਾਂ ਦੇ ਕਰਿੰਦੇ ਆ। ਔਰ ਨਾਲੇ ਇਹ ਵੀ ਇਹ ਉਦੋਂ ਰੌਲਾ ਪਾਉਂਦੇ ਆ ਡੈਮੋਕ੍ਰੇਸੀ ਦਾ ਜਦੋਂ ਕੋਈ ਕਿਸੇ ਤੇ ਹੁੰਦੇ ਅਤਿਆਚਾਰ ਦਾ ਵੀ ਰੌਲਾ ਪਾਉਂਦਾ ਆ, ਜਦੋਂ ਕੋਈ ਆਵਾਜ਼ ਚੱਕਦਾ ਆ ਵੀ ਆਹ ਗਲਤ ਹੋ ਰਿਹਾ ਤੇ ਉਸ ਵੇਲੇ ਇਹ ਦਵਾ ਦਾ ਰੌਲਾ ਪਾਉਂਦੇ ਆ ਵੀ ਇਹ ਤਾਂ ਡੈਮੋਕ੍ਰੇਸੀ ਆ ਜੀ, ਡੈਮੋਕ੍ਰੇਸੀ ਆ ਵੀ ਹੈਗੇ ਵੀ ਇਦਾਂ ਨਾ ਕਰੋ ਐ ਨਾ ਕਰੋ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਵੀ ਉਹ ਸਾਡੇ ਵਿਚਾਰਨੇ ਵਾਲੀਆਂ, ਖਾਸ ਤੌਰ ਤੇ ਜਿਹੜੀ ਨਵੀਂ ਪੀੜ੍ਹੀ ਆ ਭਈ, ਕਿਉਂਕਿ ਜਿਹੜਾ ਮਸਲਾ ਬਣਿਆ ਹੋਇਆ ਸਾਰਾ ਵੀ ਉਹ ਸੀਰੀਅਸ ਇਸ ਕਰਕੇ ਹੋ ਗਿਆ ਆ ਵੀ ਜਿਹੜੇ ਬੰਦੇ ਭਈ ਇਹ ਭਾਵੇਂ ਢੱਡਰੀਆਂ ਵਾਲੇ ਦੇ ਮਗਰ ਲੱਗੇ ਹੋਏ ਆ ਜਾਂ ਉੱਦਾਂ ਕੋਈ ਹੋਰ ਧੜੇ ਬਣੇ ਹੋਏ ਆ ਭਈ ਉਹਨਾਂ ਦੇ ਵਿੱਚ ਸਾਫ਼ ਦਿਖਦਾ ਆ ਭਈ ਜਿਹੜੀ ਪਿਛੋਕੜ ਜੋ ਪਿੱਛੇ ਬੀਤ ਚੁੱਕਿਆ ਆ ਉਹਦੀ ਜਾਣਕਾਰੀ ਦੀ ਘਾਟ ਆ ਜੀ। ਬਿਲਕੁਲ। ਸੋ ਇਸ ਕਰਕੇ ਵੀ ਜਿੱਦਾਂ ਦੁਸ਼ਮਣ ਨੇ ਜੋ ਤੁਹਾਨੂੰ ਪਰੋਸਿਆ ਆ ਤੁਸੀਂ ਉਹਦੇ ਬੇਸ ਦੇ ਉੱਤੇ ਆਪਣਾ ਜਿਹੜਾ ਨਜ਼ਰੀਆ ਆ ਉਹ ਬਣਾ ਕੇ ਤੇ ਤੁਸੀਂ ਉਹ ਇੱਕ ਧਿਰ ਬਣ ਕੇ ਖੜ ਗਏ ਆ ਤੇ ਆਪਣੇ ਵੱਲੋਂ ਭਾਵੇਂ ਦਿਮਾਗ 'ਚ ਤੁਹਾਡੇ ਇਹ ਆ ਵੀ ਤੁਸੀਂ ਕੌਮ ਦਾ ਭਲਾ ਕਰ ਰਹੇ ਆ, ਪਰ ਜਿੰਨਾ ਤੁਸੀਂ ਕੌਮ ਦਾ ਨੁਕਸਾਨ ਕਰ ਰਹੇ ਆ ਉਹ ਤੁਹਾਨੂੰ ਉਦੋਂ ਪਤਾ ਲੱਗਣਾ ਵੀ ਜਦੋਂ ਤੁਹਾਡੀਆਂ ਜਿਹੜੀਆਂ ਭਈ ਗਿਆਨ ਦੇ ਵਿੱਚ ਤੁਹਾਡੇ 'ਚ ਵਾਧਾ ਹੋਇਆ ਫਿਰ ਤੁਹਾਨੂੰ ਰੀਅਲਾਈਜ਼ ਹੋਣਾ ਵੀ ਤੁਸੀਂ ਕਿਵੇਂ ਆਪਣੇ ਪੈਰ ਦੇ ਉੱਤੇ ਘਲਾੜੀ ਮਾਰ ਬੈਠੇ ਆ ਤੇ ਕਿੰਨਾ ਕੌਮ ਦਾ ਜਿਹੜਾ ਵੀ ਨੁਕਸਾਨ ਕਰ ਚੁੱਕੇ। ਠੀਕ ਹੈ, ਬਿਲਕੁਲ। ਆਹ ਹੁਣ ਜਿਹੜੇ ਤੁਸੀਂ ਢਾਡੀਆਂ ਕਵੀਸ਼ਰਾਂ ਨੂੰ ਭੰਡਣ ਲੱਗੇ ਹੋਏ ਹੋ, ਕੋਈ ਮਾੜਾ ਮੋਟਾ ਇਤਿਹਾਸ ਜੇ ਤੁਹਾਨੂੰ ਉਹਦੇ ਨਾਲ ਜੋੜਿਆ ਪੁਰਾਣੇ ਉਹਨਾਂ ਨੇ ਜੋੜਿਆ, ਉਹ ਤੋਂ ਇਲਾਵਾ ਹੋਰ ਕਿਹੜਾ ਯਤਨ ਆ ਜਿਹੜਾ ਕਿਸੇ ਨੇ ਕਰਿਆ ਹੈਨਾ? ਕਿਸੇ ਨੂੰ ਇਮੋਸ਼ਨਲ ਇਦਾਂ ਸੁਣਾ ਕੇ ਛੋਟੇ ਬਹੁਤੀਆਂ ਉਹ ਤੇ ਇਹਦੇ ਨਾਲ ਥੋੜ੍ਹਾ ਤੁਸੀਂ ਕੌਮ ਨੂੰ ਜਿਹੜਾ ਉਹ ਚੇਤਨਤਾ ਭਰ ਸਕਦੇ ਆ। ਸੋ ਇਸ ਕਰਕੇ ਸਾਨੂੰ ਇਸੇ ਕਰਕੇ ਆਪਾਂ ਜਿਹੜਾ ਆਹ ਸਾਰਾ ਇਹ ਵੀ ਸ਼ੁਰੂ ਇਸੇ ਲਈ ਕੀਤਾ ਸੀ ਇਹ ਤਾਂ ਜੋ ਸਾਨੂੰ ਪਤਾ ਲੱਗੇ ਕਿ ਸਾਡੀ ਪੋਜੀਸ਼ਨ ਉਦੋਂ ਕੀ ਸੀ, ਸਾਡੀਆਂ ਮੰਗਾਂ ਕਿਹੋ ਜਿਹੀਆਂ ਸਨ ਤੇ ਕਿਹੜੇ ਪੈਰ ਦੇ ਉੱਤੇ ਜਿਹੜੀ ਕਹੀ ਜਾਂਦੀ ਡੈਮੋਕ੍ਰੇਸੀ ਆ ਉਹਨੇ ਸਾਡੇ ਨਾਲ ਧੱਕੇ ਕੀਤੇ ਆ ਤੇ ਜਿਹੜੇ ਅੱਜ ਤੱਕ ਪੂਰਾ ਜਿਹੜਾ ਉਹਦਾ ਭਿਆਨਕ ਰੂਪ ਜਿਹੜਾ ਉਹਦਾ ਸਾਹਮਣੇ ਸਾਡੇ ਆ ਗਿਆ। ਤੇ ਹੁਣ ਦੇਖ ਰਹੇ ਆ ਵੀ ਹਾਲਾਂਕਿ ਜਿਹੜੀ ਮੁਸਲਮਾਨ ਕੌਮ ਹੈ ਉਹ ਘੱਟ ਗਿਣਤੀ ਨਹੀਂ ਹੈਗੀ ਜੇ ਦੇਖਿਆ ਜਾਵੇ ਤਾਂ, ਜੇ ਪੂਰੇ ਜੇ ਦੁਨੀਆ ਲੈਵਲ ਤੇ ਦੇਖੀਏ, ਠੀਕ ਹੈ, ਇੰਡੀਆ 'ਚ ਹੋ ਸਕਦੇ ਆ ਵੀ ਉਹ ਗਰੀਬੀ ਵੱਲ ਧੱਕੇ ਗਏ ਆ ਤਾਂ ਉਹਨਾਂ ਨਾਲ ਜੋ ਹਸ਼ਰ ਹੁਣ ਅੱਜ ਦੇ ਦੇਸ਼ 'ਚ ਹੋ ਰਿਹਾ ਤਾਂ ਉਹਨੂੰ ਦੇਖ ਕੇ ਤੁਹਾਨੂੰ ਲੱਗਦਾ ਵੀ ਕੋਈ ਸਿੱਖ ਉੱਤੇ ਹਿਆ ਕਰੂਗਾ ਕੁਛ ਇਹ ਉਸ ਡੈਮੋਕ੍ਰੇਸੀ ਦੇ ਵਿੱਚ ਆਵਾਜ਼ ਬੁਲੰਦ ਕਰਨ ਦਾ ਲੋਕਤੰਤਰਕ ਤਰੀਕੇ ਦੇ ਨਾਲ। ਤੇ ਉਹਦੇ ਬਾਅਦ ਵੀ ਆ ਹੁਣ ਤੁਸੀਂ ਦੇਖ ਲਓ ਭਾਵੇਂ ਕਿ ਉਹਦੇ ਵਿੱਚ ਵੀ ਬਹੁਤ ਸਾਰੇ ਵਿਰੋਧ ਹੋ ਸਕਦੇ ਆ ਜਿਹੜਾ 2020 ਵਾਲਾ ਚੱਲਿਆ, ਪਰ ਕਿਸੇ ਨੂੰ ਆਪਣੀ ਗੱਲ ਆਵਾਜ਼ ਬੁਲੰਦ ਕਰਨ ਦਾ ਜਾਂ ਵੋਟ ਕਰਨ ਦਾ ਵੀ ਅਧਿਕਾਰ ਹੈ ਨਹੀਂ। ਬਿਲਕੁਲ। ਜੇ ਉੱਪਰੋਂ ਇਹ ਕਹਿੰਦੇ ਵੀ ਉਹ ਚਾਹੁੰਦਾ ਕੋਈ ਨਹੀਂ ਖਾਲਿਸਤਾਨ, ਜੇ ਨਹੀਂ ਚਾਹੁੰਦਾ ਤਾਂ ਫਿਰ ਤਾਂ ਸਰਕਾਰ ਕਰਾ ਦੇਵੇ ਰੈਫਰੈਂਡਮ, ਫਿਰ ਸਰਕਾਰ ਕਰਾ ਦੇਵੇ। ਬਿਲਕੁਲ, ਆ ਗੱਲ ਸਹੀ ਆ ਹਨਾ। ਜੇ ਉਹਨਾਂ ਨੂੰ ਲੱਗਦਾ ਉਹਨਾਂ ਨੂੰ ਪਤਾ ਵੀ 2% ਤੋਂ ਵੱਧ ਬੰਦੇ ਹੈ ਨਹੀਂ ਚਾਹੁੰਦੇ ਫਿਰ ਤਾਂ ਇਹ ਤੋਂ ਵਧੀਆ ਉਹਨੂੰ ਕੋਈ ਮੌਕਾ ਹੋਰ ਕੇ ਉਹ ਕਰਾ ਤਾ ਦੇਵੇ ਇੱਕ ਵਾਰੀ ਵੀ 98% ਬੰਦੇ ਸਾਡੇ ਹੱਕ ਦੇ ਵਿੱਚ ਹੈ ਹੈਨਾ। ਪਰ ਇਹ ਰਾਈਟ ਵੀ ਨਾ ਉਹਨਾਂ ਨੂੰ ਦੇਣਾ ਕਿ ਤੁਸੀਂ ਇਹ ਮਤਲਬ ਕਿ ਵੀ ਤੁਸੀਂ ਕਰਾ ਵੀ ਸਕੋ, ਹਾਂ ਵੀ ਤੁਸੀਂ ਕਰਾ ਵੀ ਸਕੋ। ਜੇ ਕੋਈ ਕਰਾਉਂਦਾ ਵੀ ਤੁਸੀਂ ਉਹਦੇ ਨਾਲ ਲੱਗ ਕੇ ਤੁਸੀਂ ਵੋਟ ਵੀ ਨਾ ਕਰ ਸਕੋ, ਇਹ ਵੀ ਨਾ ਕਹਿ ਸਕੋ ਵੀ ਅਸੀਂ ਇਸ ਚੀਜ਼ ਦੇ ਹਮਾਇਤੀ ਆ। ਤੇ ਇਹਦੇ ਮੁਕਾਬਲੇ ਦੇ ਉੱਤੇ ਵੀ ਜਿਹੜੇ ਸਹੀ ਲੋਕਤੰਤਰ ਆ ਹਾਂਜੀ ਉਹਨਾਂ ਦੇ ਵਿੱਚ ਦੇਖੋ ਵੀ ਜਿਹੜਾ ਬਰਤਾਨੀਆ ਆ ਜੀ ਉਹਦੇ ਵਿੱਚ ਵੀ ਸਕਾਟਲੈਂਡ ਦੇ ਵਿੱਚ ਵੀ ਪ੍ਰੋਪਰ ਉਹਨਾਂ ਨੇ ਰੈਫਰੈਂਡਮ ਕਰਾਇਆ ਜੀ, ਕਿਉਂਕਿ 300 ਸਾਲ ਪਹਿਲਾਂ ਉਹਨਾਂ ਦੀ ਜਿਹੜੀ ਸੰਧੀ ਹੋਈ ਸੀ ਉਹਦੇ ਵਿੱਚ ਇਹ ਮਿਆਦ ਸੀਗੀ ਵੀ ਇਹ ਸੰਧੀ ਜਿਹੜੀ ਆ ਵੀ ਇਹ 300 ਸਾਲ ਤੱਕ ਲਾਗੂ ਰਹੂਗੀ। ਜਦੋਂ 300 ਸਾਲ ਮੁੱਕੇ ਆ ਅਗਲਿਆਂ ਨੇ ਬਕਾਇਦਾ ਮੰਗਿਆ ਵੀ ਹੁਣ ਸਾਡਾ ਰੈਫਰੈਂਡਮ ਕਰਾਓ ਤੇ ਉਹਨਾਂ ਨੇ ਕਰਵਾਇਆ ਔਰ ਪੂਰਾ ਜ਼ੋਰ ਲੱਗ ਗਿਆ ਉਹਨਾਂ ਦਾ ਵੀ ਇਹ ਵੀ ਕਨਵਿੰਸ ਕਰਦੇ ਆ ਸਕਾਟਿਸ਼ ਨੂੰ ਵੀ ਬਰਤਾਨੀਆ ਦਾ ਹਿੱਸਾ ਰਹਿਣ ਦੇ ਵਿੱਚ ਵੀ ਤੁਹਾਡਾ ਫਾਇਦਾ ਆ। ਤੇ ਉਹ ਮੇਰਾ ਖਿਆਲ 46% ਤੇ 54% ਇਸ ਹਿਸਾਬ ਦੇ ਨਾਲ ਵੀ ਉਹ ਜਿਹੜਾ ਆ ਵੀ ਉਹ ਜਿੱਤ ਹਾਰ ਹੋਈ ਆ।
ਸੋ ਉਹ ਦੇਖੋ ਵੀ ਅਗਲੇ ਮਤਲਬ ਫੇਰ ਵੀ ਉਹ ਇੰਨਾ ਹੀਆ ਰੱਖਦੇ ਆ ਭਈ ਕਾਨੂੰਨ ਇਹ ਮੰਗਦਾ ਆ, ਇਸ ਕਰਕੇ ਵੀ ਕਾਨੂੰਨ ਨੂੰ ਫੋਲੋ ਕਰਨਾ ਜਿਹੜਾ ਆ ਉਹ ਸਾਡੀ ਸਾਰਿਆਂ ਦੀ ਡਿਊਟੀ ਆ। ਹਾਂ, ਜਿਨ੍ਹਾਂ ਦੇ ਅਸੀਂ ਗੁਲਾਮ ਹੋਏ ਤੇ ਉਹਨਾਂ ਤੋਂ ਤੁਸੀਂ ਆਸ ਰੱਖਦੇ ਤੇ ਉੱਥੇ ਤੁਸੀਂ ਡੈਮੋਕ੍ਰੇਸੀ ਦਾ ਰੌਲਾ ਪਾਓ ਹਨਾ, ਤੇ ਫਿਰ ਤੁਸੀਂ ਉਹਨਾਂ ਦੀ ਤਰਫਦਾਰੀ ਕਰੋ ਤਾਂ ਸਾਡੇ ਕੋਲ ਚਾਂਸ ਕਿਆ ਬਚੇ ਆ। ਤੁਸੀਂ ਤਾਂ ਆਪਣੀ ਆਵਾਜ਼ ਵੀ ਬੁਲੰਦ ਨਹੀਂ ਕਰ ਸਕਦੇ ਤੇ ਉੱਥੇ ਜਾ ਕੇ ਤੁਸੀਂ ਫਿਰ ਡੈਮੋਕ੍ਰੇਸੀ ਫੜ ਲਓ। ਤੇ ਇਹ ਬੇਵਕੂਫ ਲੋਕਾਂ ਨੂੰ ਤੁਸੀਂ ਬਣਾਉਣ ਦੇ ਜਿਹੜੇ ਕੰਮ ਤੇ ਲੱਗੇ ਹੋਏ ਆ ਤੇ ਆਪਣੀ ਕੌਮ ਦਾ ਘਾਣ ਤੁਸੀਂ ਕਰਨ ਦੇ ਉਹਦੇ ਉੱਤੇ ਲੱਗੇ ਹੋਏ ਆ। ਤੁਸੀਂ ਕੌਮ ਦੇ ਵਿੱਚ ਕੋਈ ਚੇਤਨਤਾ ਨਹੀਂ, ਸਗੋਂ ਤੁਸੀਂ ਨਵੇਂ ਤੇ ਨਵਾਂ ਵਿਵਾਦ ਪੈਦਾ ਕਰਕੇ ਜਿਸ ਤਰੀਕੇ ਨਾਲ ਤੁਸੀਂ ਲੱਗੇ ਹੋਏ ਹੋ ਨਾ। ਬਿਲਕੁਲ ਨਹੀਂ, ਉਹ ਮੈਨੂੰ ਆ ਵੀ ਧਿਆਨ ਆਉਂਦਾ ਸੀਗਾ ਵੀ ਇਹ ਬੰਦੇ ਆ ਸਾਰੇ ਵੀ ਜਿਹੜੇ KPS ਗਿੱਲ ਨੂੰ ਤੇ ਜਿਹੜਾ ਦੂਸਰਾ ਰਾਸ਼ਟਰਪਤੀ ਰਾਜ ਸੀਗਾ ਤੇ ਹੋਰ ਸਾਰਾ ਕੁਝ ਜਿਹੜਾ ਆ ਉਹਦੀ ਹਮਾਇਤ ਕਰਦੇ ਆ। ਹਾਂ, ਉਹ ਸਾਰੇ ਲੋਕਤੰਤਰੀ ਟੂਲ ਤੇ ਉੱਥੇ ਦੇ ਉਹ ਲੋਕਤੰਤਰੀ ਟੂਲ ਹੀ ਸੀਗੇ। ਸੋ ਉਹਦੀ ਹਮਾਇਤ ਕਰੋ ਤੇ ਤੁਸੀਂ ਫਿਰ ਦੱਸੋ ਵੀ ਉਹ ਤੋਂ ਬਾਅਦ ਕਹਿੰਦੇ ਆ ਵੀ ਇਹ ਸਾਰੇ ਜਣੇ ਲੋਕਤੰਤਰ ਦੇ ਹੱਕ 'ਚ ਹੋਣ। ਹਾਂ, ਜਿਹੜਾ ਘਾਣ ਹੋਇਆ ਸਾਡਾ ਉਹਦੇ ਲਈ ਦੋਸ਼ੀ ਕਹਿੰਦੇ ਵੀ ਤੁਸੀਂ ਵੀ ਇਹੀ ਦੋਸ਼ੀ ਸੀਗੇ। ਇਹ ਛੱਡੋ ਤੁਸੀਂ, ਉਹ ਤਾਂ ਹੁਣ ਗੁਰੂ ਸਾਹਿਬਾਨਾਂ ਦੇ ਸਿੱਖ ਇਤਿਹਾਸ ਤੱਕ ਉਹ ਸਾਰੇ ਨੂੰ ਉਹ ਕਹਿ ਰਹੇ ਵੀ ਇਹਨਾਂ ਦੀਆਂ ਲੜਾਈਆਂ ਸੀ ਤੇ ਇਦਾਂ ਸੀਗੀਆਂ। ਤਾਂ ਹੁਣ ਜੇ ਤੁਸੀਂ ਇਹਨਾਂ ਵੱਲ ਚਲੇ ਜਾਓ ਫਿਰ ਤਾਂ ਤੁਸੀਂ ਉਹਨਾਂ ਦੇ ਮੂਹਰੇ ਗੋਡੇ ਟੇਕ ਦੋ। ਤਾਂ ਇਹ ਤੋਂ ਵੱਡੀ ਨਿੱਜ ਪ੍ਰਸਤੀ ਤੇ ਚਾਪਲੂਸੀ ਦੀ ਮੈਂ ਕਹਿੰਦਾ ਹੋਰ ਕੋਈ ਇੰਤਹਾ ਹੀ ਹੈ ਇਹਨਾਂ ਦੀ। ਤਾਂ ਨਹੀਂ, ਉਹ ਜਿਹੜਾ ਨਾ ਵੀ ਅਸਲ ਇਹਨਾਂ ਦਾ ਜਿਹੜਾ ਮੁੱਦਾ ਹੈਗਾ ਆ ਵੀ ਕਿਉਂਕਿ ਡਿਕਟੇਟਰਸ਼ਿਪ ਜਿਹੜੀ ਆ ਨਾ ਉਹਦੇ ਵੀ ਦੋ ਤਰ੍ਹਾਂ ਨੇ। ਵੀ ਇੱਕ ਕਹਿੰਦੇ ਬਨੇਵਲੈਂਟ ਡਿਕਟੇਟਰਸ਼ਿਪ ਜਿਹੜੀ ਕਹਿੰਦੇ ਵੀ ਦਿਆਲੂ ਤਾਨਾਸ਼ਾਹੀ, ਤੇ ਇੱਕ ਹੁੰਦੀ ਆ ਵੀ ਅਤਿਆਚਾਰੀ ਡਿਕਟੇਟਰਸ਼ਿਪ। ਜੀ ਜੀ, ਇਹ ਮਤਲਬ ਵੀ ਡਿਕਟੇਟਰਸ਼ਿਪ ਵੀ ਚਾਹੁੰਦੇ ਆ ਔਰ ਚਾਹੁੰਦੇ ਵੀ ਅਤਿਆਚਾਰੀ ਡਿਕਟੇਟਰਸ਼ਿਪ, ਅਤਿਆਚਾਰੀ ਵਾਲੀ ਚਾਹੁੰਦੇ ਆ। ਭਈ ਹਿੰਮਤ ਕਰੇ ਕੋਈ ਵੀ ਅੱਖ ਚੱਕ ਕੇ ਵੀ ਐ ਦੇਖੇ ਤੇ ਮੈਂ ਤੇ ਧੌਣ ਲਾ ਦੇਵਾਂ ਤੇ ਆਪ ਚਪੇੜ ਨਹੀਂ ਸਹਾਰ ਹੁੰਦੀ। ਸੋ ਉਹ ਜਨਤਾ ਆ ਵੀ ਜਿਹੜੀ ਜਿੰਨੀ ਡਰਾਕਲ ਹੋਵੇ ਨਾ ਓਨੀ ਐ ਉੱਪੜ ਪੈਂਦੀ ਹੁੰਦੀ ਹੈ। ਸੋ ਉਹ ਨੇ ਜਿੱਦਾਂ ਦੂਸਰਾ ਹੈਗਾ ਨਾ ਪਿਨੋਸ਼ੇ ਕਰਕੇ ਹੈਗਾ ਇਧਰੋਂ ਸਾਊਥ ਅਮਰੀਕਾ ਦੇ ਵਿੱਚ ਡਿਕਟੇਟਰ ਹੁੰਦਾ ਸੀ ਚਿਲੀ ਦਾ। ਉਹ ਜਿੰਨਾ ਅਤਿਆਚਾਰ ਉਹਨੇ ਕੀਤਾ ਉਹਦੇ ਮਤਲਬ ਉਹਦੇ ਵਿੱਚ ਤੇ ਜਿਹੜਾ KPS ਗਿੱਲ ਦਾ ਅਤਿਆਚਾਰ ਆ ਐਵੇਂ ਹੀ ਮਾੜਾ ਮੋਟਾ 19-21 ਦਾ ਫਰਕ ਹੋਊਗਾ ਜੀ। ਤੇ ਅਦਰਵਾਈਜ਼ ਮਤਲਬ ਵੀ ਸਾਰਾ ਜਿਹੜਾ ਆ ਵੀ ਉਹੀ ਅਤਿਆਚਾਰ, ਉਹੀ ਜਿਹੜਾ ਬੀਬੀਆਂ ਦਾ ਕਹਿ ਲਓ ਵੀ ਗੈਂਗ ਰੇਪ ਹੋਣੇ, ਉਹੀ ਜੋ ਕੁਝ ਵੀ ਮਤਲਬ ਜੇ ਇਸ ਹਿਸਾਬ ਨਾਲ ਵੀ ਬੰਦਿਆਂ ਨੂੰ ਜਲੀਲ ਕਰਕੇ ਤੇ ਉਹਨਾਂ ਨੂੰ ਮਾਰਨਾ ਜਿਹੜਾ ਆ ਵੀ ਉਹ ਬਸ ਜਿੱਦਾਂ ਉੱਥੇ ਹੋਇਆ ਉੱਦਾਂ ਪੰਜਾਬ 'ਚ ਤੇ ਇੱਥੇ ਦੋਵਾਂ ਦੇ ਉਸੇ ਹੋਇਆ। ਬਿਲਕੁਲ, ਉਹ ਚੀਜ਼ਾਂ ਮਤਲਬ ਇਹ ਸਾਰੀਆਂ ਸਾਨੂੰ ਸਿੱਖਣੇ ਵਾਲੀਆਂ, ਵਿਚਾਰਨੇ ਵਾਲੀਆਂ ਵੀ ਇਹਨੂੰ ਗਾਂਹ ਤੋਂ ਕਿੱਦਾਂ ਠੱਲ ਪਾਉਣੀ ਆ। ਬਿਲਕੁਲ ਜੀ। ਹੁਣ ਇੱਥੇ ਮੈਨੂੰ ਉਹ ਵੀ ਗੱਲ ਯਾਦ ਆ ਗਈ ਆ ਕਿ ਇਹਨਾਂ ਦਾ ਤਾਂ ਯਾਨੀ ਜਿਹੜਾ ਅਪਗ੍ਰੇਡ ਲਾਣਾ ਹੈ ਇਹਨਾਂ ਦਾ ਤਾਂ ਮਿਆਰ ਇੱਥੇ ਤੱਕ ਡਿੱਗਿਆ ਹੈ। ਯਾਨੀ ਜਦੋਂ ਬੰਦਾ ਕਹਿੰਦੇ ਵੀ ਚਾਪਲੂਸੀ ਦੇ ਵਿੱਚ ਗਲਤਾਨ ਹੋ ਜਵੇ ਨਾ ਕਿਸੇ ਦੀ ਵੀ ਕਰ ਲੱਗੇ। ਆ ਹੁਣ ਸਿੱਧੂ ਮੂਸੇ ਵਾਲਾ ਪਿੱਛੇ ਜੋ ਗੀਤ ਵਾਲਾ ਵਿਵਾਦ ਚੱਲਿਆ ਕਾਫੀ, ਉਹਦੇ 'ਚ ਬੜੀਆਂ ਬਹਿਸਾਂ ਬਹੁਤ ਕੁਝ ਦੇਖਣ ਨੂੰ ਮਿਲਿਆ ਨਾ। ਹੁਣ ਇਹ ਬੜੇ ਡਟ ਕੇ ਉਹਦੇ ਹੱਕ 'ਚ ਖੜੇ ਆ। ਅਖੇ ਵੀ ਇਹ ਉਹ ਆਪਣੇ ਜਿਹੜੇ ਵੀਰ ਆ ਉਹਨੇ ਅਮਨਦੀਪ ਕੀ ਨਾਂ ਸੁਖਦੇਵ ਸਿੰਘ, ਉਹਨਾਂ ਨੇ ਵੀ ਬੜਾ ਵਧੀਆ ਪ੍ਰੋਗਰਾਮ ਇਹਦੇ ਤੇ ਕੀਤਾ, ਬਹੁਤ ਵਧੀਆ ਕੀਤਾ। ਹਾਂ, ਤੇ ਇਹ ਜਾਣੀ ਉਹਦੇ ਵਿੱਚ ਇਹ ਕਹਿ ਰਹੇ ਆ, ਕਹਿੰਦੇ ਵੀ ਉਹਨੇ ਤਾਂ ਕਦੇ ਇਦਾਂ ਦੀ ਗੱਲ ਨਹੀਂ ਕੀਤੀ 47 ਇਦਾਂ ਗੀਤਾਂ ਦੇ ਵਿੱਚ ਵੀ ਇਦਾਂ ਨਹੀਂ ਕੋਈ ਫਰਕ ਪੈਂਦਾ। ਇਹਨਾਂ ਦਾ ਸਾਰਾ ਜ਼ੋਰ ਲੱਗਿਆ ਵੀ ਬੰਦੇ ਦੇ ਆਪਣੇ ਤੇ ਨਿਰਭਰ ਕਰਦਾ ਵੀ ਕਿਸੇ ਦੇ ਕਹੇ ਨਹੀਂ ਕੋਈ ਬਦਲਦਾ। ਸਾਰਾ ਜ਼ੋਰ ਲੱਗਿਆ ਇਸ ਗੱਲ ਤੇ। ਤੇ ਦੂਜੇ ਪਾਸੇ ਇਹ ਭੁੱਲ ਗਏ ਕਿ ਅਸੀਂ ਕਮਿਸ਼ਨਰਾਂ ਤੇ ਢਾਡੀਆਂ ਦੇ ਉੱਤੇ ਇਹੀ ਇਲਜ਼ਾਮ ਲਾ ਰਹੇ ਹਾਂ ਵੀ ਇਹਨਾਂ ਨੇ ਗੁੰਡਾਗਰਦੀ ਲੋਕਾਂ ਨੂੰ ਹਥਿਆਰ ਚਕਾਤੇ ਹਨਾ। ਜਿਹੜੀ ਤੁਸੀਂ ਯਾਨੀ ਇਹ ਤੋਂ ਵੱਧ ਯਾਨੀ ਬੇਸ਼ਰਮਗੀ ਕਿਆ ਹੋ ਸਕਦੀ ਹੈ ਹਨਾ। ਇਹ ਵੀ ਲੋਕਾਂ ਨੂੰ ਤੁਸੀਂ ਲੱਭਦੇ ਫਿਰਦੇ ਹੋ ਚੂੜੀਆਂ ਭਰ ਲਓ ਹਨਾ, ਵੀ ਤੁਸੀਂ ਤਾਂ ਪੈਰ ਤੇ ਚੂੜੀ ਲਈ ਫਿਰਦੇ ਹੋ ਹਨਾ। ਡੁੱਬਣ ਦੀ ਤੁਹਾਨੂੰ ਸ਼ਰਮ ਨਹੀਂ ਵੀ ਮਾੜੀ ਨਾਸਾਂ ਡੋਬ ਲਈਏ ਵਿੱਚ। ਨਹੀਂ ਉਹ ਵੀ ਨਾਲ ਦੂਜਾ ਵੀ ਮੈਨੂੰ ਹੁਣ ਤੁਹਾਡੀ ਗੱਲ ਸੁਣ ਕੇ ਧਿਆਨ ਆਇਆ ਵੀ ਇੱਕ ਪਾਸੇ ਢਾਡੀਆਂ ਨੂੰ ਏਦਾਂ ਇਹ ਕੋਸਦੇ ਆ ਤੇ ਦੂਜੇ ਪਾਸੇ ਪ੍ਰਚਾਰਕਾਂ ਨੂੰ ਕਹਿੰਦੇ ਆ ਵੀ ਇਹਨਾਂ ਦੇ ਕਹੇ ਦੇ ਉੱਤੇ ਦੱਸੋ ਕੋਈ ਬਦਲਿਆ ਹੋਵੇ, ਤੇ ਤੀਜੇ ਪਾਸੇ ਕਹਿੰਦੇ ਆ ਵੀ ਇਹ ਵੀ ਢੱਡਰੀਆਂ ਵਾਲੇ ਦੇ ਕਹੇ ਦੇ ਉੱਤੇ ਦੇਖੋ ਕਿੰਨੇ ਬੰਦੇ ਬਦਲ ਗਏ। ਨਹੀਂ ਹੁਣ ਆ ਵੀ ਮੈਨੂੰ ਗੱਲ ਯਾਦ ਆ ਗਈ ਨਾ, ਉਹ ਇੱਕ ਜਮੇ ਨਵਾਂ ਬਲੂੰਗੜਾ ਇਹਦਾ ਭਰਤੀ ਕਰੇ ਨਾ, ਜਿੰਨਾ ਅਜੱਡ ਬੰਦਾ ਹੋਵੇ ਨਾ, ਮੈਨੂੰ ਜਿੰਨਾ ਸਾਨੂੰ ਤਜਰਬਾ, ਉਹਨੂੰ ਇਹ ਫੂਕ ਛਕਾ ਕੇ ਵਿਦਵਾਨ ਬਣਾ ਦਿੰਦਾ ਵੀ ਇਹ ਵੱਧ ਤੋਂ ਵੱਧ ਮੇਰੀ ਚਾਪਲੂਸੀ ਮਾਰੇ ਹਨਾ। ਵੀ ਜਿਹਦਾ ਗਿਆਨ ਆ ਭਾਜੀ ਕਹਿ ਕੇ ਸ਼ੁਰੂ ਹੋਵੇ ਤੇ ਭਾਜੀ ਦੀ ਸਮਾਪਤੀ ਹੋਵੇ, ਉਹ ਫਿਰ ਚਾਵਲ ਟੱਪਦਾ, ਫਿਰ ਉਹ ਦੂਜਿਆਂ ਨੂੰ ਦੱਸਦਾ ਵੀ ਤੁਸੀਂ ਚੱਪਣੀ ਲੈ ਲਓ ਫਲਾਣਾ। ਇਹ ਤੋਂ ਇਲਾਵਾ ਇਹਨਾਂ ਕੋਲ ਹੈ ਹੋਰ ਕੁਝ ਨਹੀਂ ਹਨਾ। ਤਾਂ ਹੁਣ ਉਹ ਬੰਦਾ ਜਿਹੜੇ ਪ੍ਰਚਾਰਕਾਂ ਵੱਲ ਇਲਜ਼ਾਮ ਲਾ ਰਿਹਾ ਵੀ ਜਿਹੜੇ ਜਾਣੀ ਉਹਦੇ ਆਪਣੇ ਔਗਣ ਤੇ ਨਾ ਵੀ ਇਹਨਾਂ ਪ੍ਰਚਾਰਕਾਂ ਨੇ ਸਾਨੂੰ ਸਿਖਾਇਆ ਤਾਂ ਇੱਕ ਪਾਸੇ ਕਹਿ ਰਹੇ ਵੀ ਬਦਲਦਾ ਕੋਈ ਨਹੀਂ, ਦੂਜੇ ਪਾਸੇ ਕਹਿ ਰਹੇ ਵੀ ਇਹ ਪ੍ਰਚਾਰਕਾਂ ਦੇ ਕਹੇ ਤੇ ਅਸੀਂ ਸਾਰਾ ਕੁਝ ਕਰਦੇ ਰਹੇ ਆ ਹਨਾ। ਵੀ ਉਹ ਬੇਵਕੂਫ ਆ ਜੱਟ, ਪਹਿਲਾਂ ਆਪਣੀਆਂ ਗੱਲਾਂ ਨੂੰ ਸੁਣ ਦੇਖ ਲੈ ਤੂੰ ਕਹਿੰਦਾ ਕਿ ਆ ਤੇ ਹੁਣ ਤੁਸੀਂ ਕਰਦੇ ਕਿ ਆ ਹਨਾ। ਇੱਕ ਪਾਸੇ ਤੁਸੀਂ ਕਹਿੰਦੇ ਵੀ ਬਦਲਦਾ ਕੋਈ ਨਹੀਂ ਹਨਾ, ਤੇ ਜਦੋਂ ਢੱਡਰੀ ਵਾਲਾ ਦਾ ਆਉਂਦਾ ਫਿਰ ਉਹ ਕਹਿੰਦੇ ਵੀ ਉਹਨੇ ਲਹਿਰ ਖੜੀ ਕਰ ਦਿੱਤੀ, ਉਹਨੇ ਬਦਲ ਦਿੱਤੇ ਆ ਬੰਦੇ ਹਨਾ। ਜਦੋਂ ਢਾਡੀ ਕਮਿਸ਼ਨਰਾਂ ਦੀ ਆਉਂਦੀ ਹੈ ਕਹਿ ਦਿੰਦੇ ਉਹਨਾਂ ਨੇ ਹਥਿਆਰ ਚਕਾ ਕੇ ਗੁੰਡਾਗਰਦੀ ਪੈਦਾ ਕਰਤੀ, ਤੇ ਜਦੋਂ ਗਾਉਣੇ ਵਾਲਾ ਕੋਈ ਆ ਗਿਆ ਉਹ ਕਹਿੰਦੇ ਨਾ ਇਹ ਤਾਂ ਕੌਣ ਬਦਲ ਜੂਗਾ। ਹੁਣ ਇਹਨੂੰ ਸਾਰਾ ਜ਼ੋਰ ਉਹਨੂੰ ਡਿਫੈਂਡ ਕਰਨ ਤੇ ਲਾਇਆ ਹੋਇਆ। ਉਹਦੇ 'ਚ ਰੌਲਾ ਇੰਨਾ ਹੀ ਆ ਵੀ ਉਹਦੀ ਜਿਹੜੀ ਫੈਨ ਫੋਲੋਇੰਗ ਹੈ ਵੀ ਜਿਹੜੇ ਯੰਗਸਟਰ ਆ ਵੀ ਉਹ, ਕਿਉਂਕਿ ਪਤਾ ਹੀ ਆਪਾਂ ਨੂੰ ਜਦੋਂ ਜਵਾਨੀ ਆਉਂਦੀ ਉਦੋਂ ਬੰਦਾ ਕਹਿੰਦਾ ਮੇਰੇ ਵਰਗਾ ਕੋਈ ਹੈ ਹੀ ਨਹੀਂ
ਹੈ ਨਾ, ਵੀ ਨਾ ਮੇਰੇ ਵਰਗੀ ਬਦਮਾਸ਼ੀ ਕੋਈ ਕਰ ਸਕਦਾ, ਨਾ ਮੇਰੇ ਵਰਗਾ ਸੋਹਣਾ ਸੁਨੱਖਾ ਕੋਈ, ਨਾ ਮੇਰੇ ਵਰਗਾ ਕੋਈ ਹੈ ਨਾ ਬਣ ਸਕਦਾ ਦੁਨੀਆ 'ਚ, ਉਹ ਉਮਰ ਸੋਚਦੀ ਨਹੀਂ ਹੁੰਦੀ। ਹੁਣ ਇਹਨਾਂ ਨੂੰ ਲੱਗਦਾ ਵੀ ਉਹ ਜਿਹੜਾ ਗਰੁੱਪ ਹੈ ਜਦੋਂ ਪਿੱਛੇ ਕਿੱਦਾਂ ਲਾਉਣਾ ਆਪਣੇ, ਜੇ ਉਹਦੀ ਚਾਪਲੂਸੀ ਮਾਰੋ ਤੇ ਉਹ ਸਾਡੇ ਹਮੇਤੀ ਬਣ ਜਾਣਗੇ। ਤੇ ਇਹੀ ਪੈਟਰਨ ਢੱਡਰੀਆਂ ਵਾਲੇ ਦੇ ਨਾਲ ਸੀਗਾ ਕਿਸੇ ਸਮੇਂ, ਹੈ ਨਾ, ਵੀ ਜਿਹੜੇ ਬੰਦੇ ਜਾਣੀ ਪੈਦਾ ਹੀ ਚਾਪਲੂਸੀ ਤੋਂ, ਹੁਣ ਜਿਹੜੇ ਸਿੱਖੇ ਹੀ ਚਾਪਲੂਸੀ ਕਰਨ, ਉਹ ਦੂਜੇ ਨੂੰ ਚਾਪਲੂਸ ਦੱਸਦੇ ਫਿਰਦੇ ਆ। ਓ ਰੱਬਾ, ਹੈ ਨਾ, ਜਿਹੜੀ ਬੇਸ਼ਰਮਗੀ ਦੀਆਂ ਸਾਰੀਆਂ ਹੱਦਾਂ ਟੱਪੀਆਂ ਪਈਆਂ ਤੇ ਮਾੜੀ ਮੋਟੀ ਵੀ ਹੈ ਨਹੀਂ, ਹੈ ਨਾ। ਮਤਲਬ ਵੀ ਗੱਲ ਇਹ ਵੀ ਸ਼ਰਮ ਲਾਤੀ ਆ, ਇਸ ਕਰਕੇ ਜਦੋਂ ਕੋਈ ਪੁਆਇੰਟ ਆਊਟ ਵੀ ਕਰ ਦੇਵੇ ਵੀ ਆਹ ਦੇਖ ਵੀ ਤੂੰ ਆਪਣੀ ਗੱਲ ਆਪੇ ਕੱਟੀ ਜਾਣਾ, ਉਦੋਂ ਕਹਿਣਾ ਅਸੀਂ ਤਾਂ ਇਦਾਂ ਹੀ ਕਰੀਦਾ। ਜਾਨੀ ਜਿਹੜਾ ਸਿਰੇ ਦਾ ਨਿਕੰਮਾ ਬੰਦਾ ਹੈ ਉਹਨੂੰ ਇਹ ਬਦਨਾਮ ਪੇਸ਼ ਕਰਦੇ ਆ। ਆਪਣੀ ਜਵਾਨੀ ਨਾ ਜਿਹਨਾਂ ਨੂੰ ਕਹਿੰਦੇ ਵੀ ਜੇ ਇਦਾਂ ਕਰ ਲਿਆ ਵੀ ਘਾਹ ਕੌਣ ਕੱਟੇ ਕਰੂ, ਆਹ ਫਲਾਣਾ ਕੰਮ ਕੌਣ ਕਰੇ ਕਰੂ, ਜਿਹਨੂੰ ਆਪਣੀ ਜਵਾਨੀ ਕਹਿੰਦੇ ਤਾਂ ਉਹ ਰੋਟੀਆਂ ਕੌਣ ਪਕਾਊਗਾ, ਉਹ ਹੁਣ ਕਹਿੰਦੇ ਮੇਰੇ ਦਰਬਾਰੀ ਵਿਦਵਾਨ ਹੈ ਨਾ, ਕਿਉਂਕਿ ਭਾਜੀ ਜੋ ਚਾਪਲੂਸੀ ਜੋ ਮਾਰਦੇ ਆ, ਹੈ ਨਾ, ਚਾਪਲੂਸ ਚਾਹੀਦੇ ਆ ਬੰਦੇ ਨੂੰ। ਤੇ ਸੋ ਇਸ ਕਰਕੇ ਭਾਈ ਇਹ ਜਿਹੜੇ ਜਿੰਨੀ ਦੇਰ ਤੱਕ ਅਸੀਂ ਤੱਥਾਂ ਦੇ ਵੱਲ ਝਾਤ ਨਹੀਂ ਮਾਰਾਂਗੇ, ਅਸੀਂ ਸਾਰਾ ਕੁਝ ਦਾ ਮੁਲਾਂਕਣ ਨਹੀਂ ਕਰਾਂਗੇ, ਉਨੀ ਦੇਰ ਤੱਕ ਸੁਣੀਆਂ ਸੁਣਾਈਆਂ ਗੱਲਾਂ ਦੇ ਨਾਲ ਅਸੀਂ ਗੁੰਮਰਾਹ ਹੋਵਾਂਗੇ। ਠੀਕ ਹੈ, ਤਾਂ ਹਰੇਕ ਬੰਦਾ ਜਿਹੜਾ ਆ ਕੇ ਉਹ ਸਾਨੂੰ ਆਪਣੇ ਪਿੱਛੇ ਲਾਉਣ ਦੀ ਕੋਸ਼ਿਸ਼ ਕਰੂਗਾ। ਚਲੋ ਹੁਣ ਤਾਂ ਜਿੱਥੇ ਇਹਦੇ ਨੁਕਸਾਨ ਆ ਸੋਸ਼ਲ ਮੀਡੀਆ ਦੇ, ਉੱਥੇ ਫਾਇਦੇ ਵੀ ਆ ਕਿ ਆ ਜਿਹੜੀਆਂ ਗੱਲਾਂ ਆਪਾਂ ਵਿਰੋਧੀ ਆ ਉਹ ਇੱਕ ਪ੍ਰੋਗਰਾਮ ਦੋ ਜੇ ਹਫ਼ਤੇ 'ਚ ਉਹ ਜਿਹੜੇ ਫੜੀਆਂ ਜਾਂਦੀਆਂ। ਹਾਂ, ਉਹ ਵੱਖਰੀ ਗੱਲ ਹੈ ਕਿ ਬੰਦੇ ਬੇਸ਼ਰਮ ਹੋਏ ਆ, ਪਰ ਇਹ ਆ ਵੀ ਇਤਿਹਾਸ ਨੇ ਜ਼ਰੂਰ ਫੈਸਲਾ ਕਰ ਦੇਣਾ। ਤੇ ਦੁਨੀਆ ਐਡੀ ਵੀ ਕਮਲੀ ਨਹੀਂ ਹੈਗੀ, ਅੱਜ ਨਹੀਂ ਤਾਂ ਕੱਲ੍ਹ ਲੋਕਾਂ ਨੂੰ ਸਮਝ ਲੱਗਣ ਲੱਗ ਜਾਣੀ ਹੈ ਗੱਲ ਕਿ ਇਹ ਸਾਰਾ ਕੁਝ ਚੱਲ ਕਿੱਧਰ ਨੂੰ ਰਿਹਾ ਤੇ ਇਹਦੇ ਪਿੱਛੇ ਹਾਸਲ ਕਿਆ ਕਰਨਾ ਚਾਹੁੰਦੇ ਨੇ। ਸੋ ਇਹਦੇ ਨਾਲ ਹੀ ਮੈਨੂੰ ਲੱਗਦੀ ਆਪਾਂ ਅੱਜ ਦੀ ਜਿਹੜੀ ਗੱਲਬਾਤ ਇਹਨੂੰ ਇੱਥੇ ਸਮਾਪਤ ਕਰਦੇ ਹਾਂ, ਤੇ ਅਗਲੇ ਹਫ਼ਤੇ ਆਪਾਂ ਜਿਹੜੀ ਇਹ ਲੜੀ ਇਹਨੂੰ ਇਸ ਤਰੀਕੇ ਦੇ ਨਾਲ ਜਾਰੀ ਰੱਖਾਂਗੇ। ਸੋ ਅਸੀਂ ਆਖਿਰ ਦੇ ਵਿੱਚ ਸਰੋਤਿਆਂ ਨੂੰ ਇਹੀ ਬੇਨਤੀ ਕਰਦੇ ਹਾਂ ਕਿ ਭਾਈ ਆਪ ਤੱਥਾਂ ਦੀ ਜਾਣਕਾਰੀ ਲਓ ਤੇ ਆਪ ਮੁਲਾਂਕਣ ਕਰਨਾ ਸ਼ੁਰੂ ਕਰ ਦਿਓ, ਤਾਂ ਜੋ ਅਸੀਂ ਜਿਹੜੀ ਇਹ ਕੌਮ ਦੇ ਵਿੱਚ ਚੇਤਨਾ ਭਰ ਸਕੀਏ ਕਿ ਅਸੀਂ ਕੀ ਖੱਟਿਆ ਤੇ ਕੀ ਗਵਾਇਆ। ਠੀਕ ਹੈ ਜੀ, ਜੇ ਅਸੀਂ ਆਪਣੀ ਕੌਮੀ ਹਸਤੀ ਨੂੰ ਜਿਹੜਾ ਉਹ ਜਿਉਂਦਾ ਰੱਖਣਾ ਚਾਹੁੰਦੇ ਆ। ਜੇ ਤੁਸੀਂ ਭਾਈ ਅੱਜ ਕੱਲ੍ਹ ਦੇ ਡੈਮੋਕ੍ਰੇਸੀਆਂ ਜਾਂ ਇਹਨਾਂ ਦੇ ਪਿੱਛੇ ਲੱਗ ਕੇ ਤੁਸੀਂ ਆਪਣੀ ਹਸਤੀ ਨੂੰ ਉਹ ਕਰਦਾ, ਫਿਰ ਤਾਂ ਰੱਬੇ ਰੱਖਾ ਸਾਡਾ ਹੋ ਸਕਦਾ। ਪਰ ਜੇ ਅਸੀਂ ਚਾਹੁੰਦੇ ਹਾਂ ਕਿ ਸਾਡਾ ਮਾੜਾ ਮੋਟਾ ਗੁਰੂ ਨਾਲ ਪਿਆਰ ਆ, ਅਸੀਂ ਆਪਣੀ ਜਿਹੜੀ ਹਸਤੀ ਆ ਉਹਨੂੰ ਕਾਇਮ ਰੱਖਣਾ। ਠੀਕ ਹੈ ਜੀ, ਜਿਵੇਂ ਆਪਾਂ ਕਹਿੰਦੇ ਹਾਂ ਵੀ ਸਾਡੀ ਜਿਹੜੀ ਹੋਂਦ ਆ ਉਹ ਦਾਅ ਦੇ ਉੱਤੇ ਲੱਗੀ ਹੋਈ ਆ, ਆਪਣੀ ਹੋਂਦ ਨੂੰ ਬਚਾਉਣ ਖਾਤਰ ਅਸੀਂ ਜੇ ਕੋਈ ਯਤਨ ਕਰਨੇ ਆ ਤਾਂ ਜ਼ਰੂਰ ਸਾਨੂੰ ਜਿਹੜੇ ਆਪਣੇ ਇਤਿਹਾਸਕ ਡਾਕੂਮੈਂਟਸ ਨੇ ਉਹਨਾਂ ਨੂੰ ਵਾਚਣਾ, ਤੇ ਜਿਹੜੀ ਸਾਡੀ ਕਰੰਟ ਪੋਜੀਸ਼ਨ ਆ ਹੁਣ, ਚਾਹੇ ਉਹ ਪੰਜਾਬ 'ਚ ਹੋਵੇ ਚਾਹੇ ਕਿਤੇ ਵੀ ਬਾਹਰ ਹੋਵੇ, ਅਸੀਂ ਉਹਦੇ ਬਾਰੇ ਬਿਹਤਰ ਜਿਹੜੇ ਅਨੁਮਾਨ ਲਾ ਕੇ ਅਸੀਂ ਆਪਣਾ ਕੋਈ ਯੋਜਨਾਬੱਧੀ ਕਰ ਸਕਦੇ ਹਾਂ। ਸੋ ਇਹੀ ਸਾਡਾ ਮੇਨ ਜਿਹੜਾ ਮਨੋਰਥ ਹੈ ਇਸ ਪ੍ਰੋਗਰਾਮ ਨੂੰ ਆਪ ਜੀ ਦੇ ਨਾਲ ਸਾਂਝਾ ਕਰਨ ਦਾ। ਸੋ ਇੱਥੇ ਹੀ ਸਾਡੇ ਵੱਲੋਂ ਬੋਲਦਿਆਂ ਕੋਲ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।